ਕਰੀਏ ਦਿਲ ਦੀਆਂ ਗੱਲਾਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਨੇ ਸਰਦਾਰ ਸੁਰਿੰਦਰ ਸਿੰਘ ਜੀ ਜੱਬਲ। ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਇਹਨਾਂ ਨੂੰ ਚਾਚਾ ਵੈਂਕੂਵਰੀਆ ਦੇ ਨਾਮ ਨਾਲ ਵੀ ਵੈਂਕੂਵਰ ਦੇ ਵਿੱਚ ਕੈਨੇਡਾ ਦੇ ਵਿੱਚ ਜਾਣਿਆ ਜਾਂਦਾ ਹੈ। ਮੈਂ ਸਰਦਾਰ ਕੁਲਮੋਹਨ ਸਿੰਘ ਜੀ ਰਾਜਾ ਸਾਂਸੀ ਜੀ ਨੂੰ ਬੇਨਤੀ ਕਰਾਂਗਾ, ਉਹ ਕਰਨਗੇ ਦਿਲ ਦੀਆਂ ਗੱਲਾਂ ਚਾਚਾ ਵੈਂਕੂਵਰੀਆ। ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਮੋਹਨ ਸਿੰਘ ਰਾਜੇ ਸਾਂਸੀ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ, ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ। ਜਿੱਦਾਂ ਕਿ ਮੇਰੇ ਵੀਰ ਹਰਜੋਤ ਸ਼ਾਹ ਸਿੰਘ ਜੀ ਦੱਸ ਰਹੇ ਸਨ, ਅੱਜ ਅਸੀਂ ਮੁਲਾਕਾਤ ਕਰ ਰਹੇ ਹਾਂ ਚਾਚਾ ਵੈਂਕੂਵਰੀਆ, ਯਾਨੀ ਕਿ ਇਹ ਕਿਤਾਬ ਦੇ ਲੇਖਕ ਨੇ। ਕਿਤਾਬ ਦਾ ਟਾਈਟਲ ਹੈ, ਇਹਨਾਂ ਦਾ ਟਾਈਟਲ ਨਹੀਂ ਮੈਂ ਕਹਿ ਸਕਦਾ, ਲੇਕਿਨ ਇਹ ਕਿਤਾਬ ਦਾ ਟਾਈਟਲ ਹੈ ਜਿਹੜੀ ਕਿ ਇਹਨਾਂ ਨੇ ਪੰਜਾਬ ਦੀ ਧਰਤੀ ਔਰ ਵੈਨਕੂਵਰ ਦੀ ਧਰਤੀ ਦੇ ਉੱਤੇ ਇੱਥੇ ਉਹਨਾਂ ਨੇ ਉਹਦੀ ਜਾਣਕਾਰੀਆਂ ਲਈ ਦਿੱਤੀ ਹੈ। ਔਰ ਨਾਲ ਹੀ ਮੈਂ ਇਹਨਾਂ ਬਾਰੇ ਗੱਲ ਕਹਾਂਗਾ ਕਿ ਇਹ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਦੁਆਬੇ ਦੀ ਧਰਤੀ ਤੋਂ ਕੈਨੇਡਾ ਦੀ ਧਰਤੀ ਤੇ ਆਉਂਦੇ ਨੇ, ਔਰ ਕੈਨੇਡਾ ਦੀ ਧਰਤੀ ਤੇ ਆ ਕੇ ਨਿਰੰਤਰ ਮਿਹਨਤ ਕਰਕੇ ਯਤਨਾਂ ਦੇ ਨਾਲ ਗੁਰੂ ਦੀ ਅਸੀਸ ਨਾਲ ਇਹ ਇੱਕ ਸਿਖਰ ਨੂੰ ਪ੍ਰਾਪਤ ਕਰਦੇ ਨੇ, ਔਰ ਸਿਖਰ ਹੈ ਸਮਾਜ ਸੇਵਾ ਦਾ। ਕੀਰਤੀ ਵੀ ਨੇ ਔਰ ਕੀਰਤੀ ਸਿੰਘ ਦੇ ਨਾਲ ਨਾਲ ਸਮਾਜ ਸੇਵੀ ਵੀ ਨੇ। ਇਹਨਾਂ ਨੇ ਸਮਾਜ ਦੇ ਅੰਦਰ ਕੀ ਕੀ ਸੇਵਾਵਾਂ ਪਾਈਆਂ ਨੇ, ਕਿਵੇਂ ਇਹਨਾਂ ਨੂੰ ਪਿਆਰ ਦੇ ਅੰਦਰ ਵੈਨਕੂਵਰ ਦੇ ਅੰਦਰ ਇਹਨਾਂ ਨੂੰ ਜਾਣਿਆ ਜਾਂਦਾ, ਮਿਲਿਆ ਜਾਂਦਾ ਔਰ ਇਹਨਾਂ ਨੂੰ ਰੁਤਬਾ ਹਾਸਲ ਹੈ। ਇਹ ਗੱਲਾਂ ਬਾਤਾਂ ਦੇ ਸਿਲਸਿਲੇ ਵਿਚਕਾਰ ਅੱਜ ਕਰੀਏ ਦਿਲ ਦੀਆਂ ਗੱਲਾਂ ਵਿਚਕਾਰ ਅਸੀਂ ਇਹਨਾਂ ਕੋਲੋਂ ਜਾਣਕਾਰੀ ਲਵਾਂਗੇ। ਸੋ ਚਾਚਾ ਵੈਨਕੂਵਰੀਆ ਨਾਲ ਮੁਲਾਕਾਤ, ਇਹ ਲੇਖਕ ਔਰ ਉੱਘੇ ਸਮਾਜ ਸੇਵੀ, ਜੀ ਆਇਆਂ ਨੂੰ ਸਰ ਸੁਰਿੰਦਰ ਸਿੰਘ ਜੀ ਜੱਬਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪ ਨੂੰ ਸਾਰਿਆਂ ਨੂੰ ਭਾਈ ਸਾਹਿਬ ਜੀ, ਸਰਦਾਰ ਕੁਲਮੋਹਨ ਸਿੰਘ ਜੀ ਤੇ ਹਰਜੋਤ ਸਿੰਘ ਸ਼ਾਹ ਜੀ ਤੇ ਆਪ ਦੀ ਸਮੁੱਚੀ ਜਿਹੜੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਜਿੰਨੇ ਵੀ ਦਰਸ਼ਕ ਹੈ ਸਾਰਿਆਂ ਨੂੰ ਗੁਰਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰ ਸੁਰਿੰਦਰ ਸਿੰਘ ਜੀ ਜੱਬਲ ਜੀ, ਮੈਨੂੰ ਤੁਹਾਡੇ ਬਾਰੇ ਜਦੋਂ ਗੱਲਬਾਤ ਹੋ ਰਹੀ ਸੀ, ਸਰਦਾਰ ਹਰਪ੍ਰੀਤ ਸਿੰਘ ਜੀ ਦਰਦੀ ਗੱਲ ਕਰ ਰਹੇ ਸਨ ਤੁਹਾਡੇ ਬਾਰੇ। ਕਹਿੰਦੇ ਨੇ ਕਿ ਵੈਨਕੂਵਰ ਦੇ ਅੰਦਰ ਅਗਰ ਕਿਸੇ ਨੂੰ ਮੈਂ ਆਪਣਾ ਪਿਆਰ ਭਰਿਆ, ਇੱਕ ਦੋ ਸ਼ਖਸੀਅਤਾਂ ਦੇ, ਦੋ ਤਿੰਨ ਸ਼ਖਸੀਅਤਾਂ ਦੇ ਨਾਮ ਲਏ ਸੀ, ਜਿਹਦੇ ਵਿੱਚ ਜੱਬਲ ਸਾਹਿਬ ਤੁਹਾਡਾ ਨਾਮ ਜਿਹੜਾ ਹੈ ਉਹ ਬੜਾ ਉੱਪਰ ਸੀ ਔਰ ਬੜਾ ਪਿਆਰ ਕਰਦੇ ਤੁਹਾਡੇ ਨਾਲ। ਉਹਨਾਂ ਮੈਨੂੰ ਕਿਹਾ ਕਿ ਜੱਬਲ ਸਾਹਿਬ ਜਿਹੜੇ ਨੇ ਉਹ ਵਾਕਈ ਇੰਟਰਵਿਊ ਦੇਣ ਦੇ ਔਰ ਲੈਣ ਦੇ ਵਿਚਕਾਰ ਜਿਨ੍ਹਾਂ ਦੇ ਅੰਦਰ ਮਹਾਰਤ ਹੈ ਔਰ ਜਿਨ੍ਹਾਂ ਦੇ ਕੋਲ ਬਹੁਤ ਕੁਛ ਹੈ ਗੱਲਬਾਤ ਕਰਨ ਜੋਗਾ। ਤੋ ਸਾਡਾ ਵੀ ਪ੍ਰੋਗਰਾਮ ਇਹੀ ਹੈ, ਕਰੀਏ ਦਿਲ ਦੀਆਂ ਗੱਲਾਂ, ਔਰ ਇਹਦੇ ਵਿਚਕਾਰ ਅਸੀਂ ਕਰਦੇ ਹਾਂ ਦਿਲ ਦੀਆਂ ਗੱਲਾਂ। ਇਹ ਨਾ ਕੋਈ ਰਾਜਨੀਤੀ ਹੈ, ਨਾ ਕੋਈ ਹੋਰ ਚੀਜ਼ ਹੈ, ਲੇਕਿਨ ਅਸੀਂ ਕੇਵਲ ਤਾਂ ਕੇਵਲ ਇੱਥੇ ਦਿਲ ਦੀਆਂ ਗੱਲਾਂ ਨਾਲ ਸਾਂਝ ਪਾਉਂਦੇ ਹਾਂ। ਔਰ ਉਹ ਸਾਂਝ ਕਿਹਦੇ ਨਾਲ ਪੈਂਦੀ ਹੈ? ਸਾਡੇ ਦਰਸ਼ਕਾਂ ਨਾਲ, ਜਿਹੜੇ ਕਿ ਦੂਰ ਦਰਾੜੇ ਬੈਠੇ ਹੋਏ ਵੱਖ ਵੱਖ ਇਲਾਕਿਆਂ ਦੇ ਵਿੱਚ ਉਸ ਪੰਜਾਬੀ ਨੂੰ ਉਡੀਕ ਰਹੇ ਹੁੰਦੇ ਨੇ, ਜਿਹੜੇ ਪੰਜਾਬੀ ਦੇ ਜ਼ਿੰਦਗੀ ਦਾ ਕੋਈ ਤਜਰਬਾ ਉਹ ਸਾਂਝਾ ਕਰ ਸਕੇ। ਸੋ ਜੱਬਲ ਸਾਹਿਬ, ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਮੈਂ ਗੱਲ ਸ਼ੁਰੂ ਤੁਹਾਡੀ ਕਰ ਰਿਹਾ ਕਿ ਚਾਚਾ ਵੈਨਕੂਵਰੀਆ ਕਿਤਾਬ ਜਿਹੜੀ ਤੁਸੀਂ ਪੰਜਾਬੀ ਸਾਹਿਤ ਨੂੰ ਦਿੱਤੀ ਹੈ, ਉਹ ਕਿਤਾਬ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਇਹ ਕਿਤਾਬ ਦਾ ਫੁਰਨਾ ਤੁਹਾਨੂੰ ਕਿਵੇਂ ਉਭਰਿਆ, ਔਰ ਫਿਰ ਇਹਦੇ ਕਿਤਾਬ ਦੇ ਵਿਚਕਾਰ, ਕਿਉਂਕਿ ਅੱਜ ਲੋਕਾਂ ਦੀ ਪੜ੍ਹਨ ਦੀ ਜਿਹੜੀ ਹੈ ਨਾ ਸੁਭਾਅ ਘਟ ਗਿਆ ਹੈ, ਹੋਣਾ ਚਾਹੀਦਾ ਪੜ੍ਹਨ ਦਾ ਸੁਭਾਅ। ਜ਼ਿੰਦਗੀ ਬੰਦੇ ਦਾ ਸੱਚਾ ਦੋਸਤ ਅਗਰ ਕੋਈ ਕਿਤਾਬ ਹੈ ਤਾਂ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਹੋ ਸਕਦਾ। ਰਿਸ਼ਤੇਦਾਰ ਵੀ ਪਿੱਛੇ ਨੇ, ਪਿਆਰ ਕਰਨ ਵਾਲੇ ਪਿੱਛੇ ਵੀ ਨੇ, ਦੋਸਤ ਵੀ ਪਿੱਛੇ ਨੇ, ਲੇਕਿਨ ਪਹਿਲਾ ਦੋਸਤ ਕਿਤਾਬ ਹੋ ਸਕਦੀ ਹੈ। ਤੇ ਮੈਂ ਆਪ ਜੀ ਕੋਲੋਂ ਦਰਸ਼ਕ ਜਾਣਨਾ ਚਾਹਣਗੇ, ਕਿਰਪਾ ਕਰਕੇ ਦੱਸੋ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਇਹਦੇ ਬਾਰੇ ਚਾਚਾ ਵੈਨਕੂਵਰੀਆ ਬੁੱਕ ਬਾਰੇ ਪੁੱਛਿਆ ਹੈ, ਕਿਉਂਕਿ ਜਦੋਂ ਇੱਥੇ ਕੈਨੇਡਾ 'ਚ ਆਏ ਆ ਤਾਂ ਇੱਥੇ ਪਹਿਲਾਂ ਪੰਜਾਬੀ ਦੀ ਇੰਨੀ ਮੁਹਾਰਤ ਨਹੀਂ ਸੀ ਹੁੰਦੀ। ਬਹੁਤ ਪੰਜਾਬੀ ਮੈਂ 70ਵਿਆਂ ਦੇ ਇੱਥੇ ਜਦੋਂ ਪਹੁੰਚੇ ਆ ਤਾਂ ਬਹੁਤ ਘੱਟ ਹੁੰਦੀ ਸੀ, ਗੁਰਦੁਆਰਾ ਸਾਹਿਬ ਵਿੱਚ ਹੀ ਉੱਥੇ ਹੀ ਸੀਮਤ ਹੁੰਦੀ ਸੀ। ਉਸ ਤੋਂ ਬਾਅਦ 70ਵਿਆਂ ਦੇ ਵਿੱਚ ਕੁਝ ਆਰਟੀਕਲ ਲਿਖਣੇ ਸ਼ੁਰੂ ਕੀਤੇ। ਜੇ ਕੋਈ ਗੁਰਦੁਆਰਾ ਦਾ ਪ੍ਰਬੰਧ ਹੋਇਆ ਜਾਂ ਕੋਈ ਵੀ ਜਿਹੜੀ ਵੀ ਚੀਜ਼ ਚੱਲਦੀ ਸੀ, ਕੋਈ ਟੌਪਿਕ ਆ ਗਏ, ਉਹਦੇ ਬਾਰੇ ਥੋੜ੍ਹਾ ਬਹੁਤਾ ਮੈਨੂੰ ਸ਼ੌਕ ਸੀਗਾ ਲਿਖਣ ਦਾ, ਤੇ ਲਿਖ ਕੇ ਆਪਾਂ ਪੇਸ਼ ਕਰੀਦੇ ਸੀਗੇ। ਪਰ ਜਦੋਂ 80ਵਾਂ ਦਹਾਕਾ ਸ਼ੁਰੂ ਹੋਇਆ ਆ, ਤੁਹਾਨੂੰ ਪਤਾ ਹੈ ਕਿ ਉਦੋਂ ਆਪਣੇ ਸਿੱਖ ਜਿੰਨੇ ਵੀ ਸੀ ਆਪਣੇ ਵਸਦੇ ਸੀ, ਇੰਡੀਆ ਤੋਂ ਲਾ ਕੇ ਉੱਥੇ ਜੋ ਵੀ ਕੁਛ ਹੋਇਆ, ਧਰਮ ਯੁੱਧ ਮੋਰਚੇ ਤੋਂ ਲਾ ਕੇ ਆਪਣੇ ਹਰਿਮੰਦਰ ਸਾਹਿਬ ਤੇ ਗੋਲਡਨ ਟੈਂਪਲ ਦੇ ਉੱਤੇ ਅਟੈਕ ਕੀਤਾ, ਬਲੂ ਸਟਾਰ ਆਪਰੇਸ਼ਨ ਹੋਇਆ। ਉਸ ਤੋਂ ਬਾਅਦ ਦਿੱਲੀ ਦੇ ਵਿੱਚ
ਆਪਣੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਸ ਤੋਂ ਨਾਲ ਹੀ ਜਦੋਂ ਕਨਿਸ਼ਕਾ ਇੱਥੇ 에ਅਰਲਾਈਨ ਡਿੱਗੀ ਆ, ਉਹਦੇ 'ਤੇ ਵੀ ਕਾਫੀ ਕੁਛ ਇੱਥੇ ਸਵਾਲ ਜਵਾਬ ਉੱਠਦੇ ਰਹੇ ਆ। ਇਸੇ ਤਰ੍ਹਾਂ ਹੀ ਇੰਡੀਆ ਗੌਰਮੈਂਟ ਵੱਲੋਂ ਦੱਸਦਾ ਸੀ ਵੀ ਸਾਡਾ ਇਹ ਜਾਇਜ਼ਾ ਆਪਰੇਸ਼ਨ ਕਰਨਾ, ਤੇ ਇਸੇ ਤਰ੍ਹਾਂ ਜੋ ਵੀ ਲੱਗਦੇ ਸੀ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਕਨਿਸ਼ਕਾ ਦੇ ਉੱਤੇ ਸਾਰੀ ਜੋ ਇੰਟਰਨੈਸ਼ਨਲ ਲੈਵਲ 'ਤੇ ਚੱਲ ਰਹੀ ਸੀ, ਉਸ ਡਿਊਰੇਸ਼ਨ ਦੇ ਵਿੱਚ ਮੈਂ ਤਕਰੀਬਨ 85 ਜਦੋਂ ਉਹ 'ਤੇ 86 87 'ਚ ਜਦੋਂ ਇਹਦਾ ਆਰਟੀਕਲ ਇੱਥੇ ਇੰਡੋ ਕੈਨੇਡੀਅਨ ਪੇਪਰ ਛਪਦਾ ਸੀਗਾ, ਉਹਦੇ ਵਿੱਚ ਛਪਦੇ ਹੁੰਦੇ ਸੀਗੇ, ਤੇ ਉਸ ਵੇਲੇ ਇਹ ਹੁੰਦਾ ਸੀ ਵੀ ਜੇ ਕੋਈ ਬੰਦਾ ਬੋਲੇ ਉਹਦੇ 'ਚ ਵੀ ਕਾਫੀ ਤਕਲੀਫ ਹੁੰਦੀ ਸੀ। ਤੁਸੀਂ ਕਿਉਂਕਿ ਤੁਹਾਨੂੰ ਕਿਸੇ ਨੂੰ ਗਦਾਰ ਕਹਿ ਦੇਣਾ, ਕਿਸੇ ਨੂੰ ਸਰਕਾਰੀ ਕਹਿ ਦੇਣਾ, ਇੱਦਾਂ ਦੀ ਉਸ ਵੇਲੇ ਮਾਹੌਲ ਸੀਗਾ ਜਿਹੜਾ ਸੀਗਾ, ਇਹ ਮਾਹੌਲ ਬਹੁਤ ਕ੍ਰਿਟੀਕਲ ਸੀਗਾ। ਉਹ ਆਰਟੀਕਲ ਛਪਦੇ ਰਹੇ ਆ, ਉਹਦੇ ਵਿੱਚ ਇਸ ਤਰ੍ਹਾਂ ਸੀ ਵਿਅੰਗ ਹੁੰਦੇ ਸੀ, ਚਾਚਾ ਤੇ ਚਾਚੀ ਆਪੋ ਵਿੱਚ ਗੱਲਬਾਤ ਕਰਦੇ ਆ, ਉਸ ਦੇ ਨਾਲ ਕਦੀ ਸਵਾਲ ਚਾਚਾ ਉਠਾਉਂਦਾ ਆ, ਕਦੀ ਸਵਾਲ ਚਾਚੀ ਉਠਾਉਂਦੀ ਆ, ਇਸ ਤਰ੍ਹਾਂ ਵਿਅੰਗ ਦੇ ਨਾਲ ਉਹਦੇ ਕੋਈ ਜਵਾਬ ਦਿੱਤੇ ਆ। ਉਹ ਫਿਰ ਪੇਪਰ 'ਚ ਛਪਦੇ ਰਹੇ ਆ, ਜਿਹੜੇ ਕਿ ਕਾਫੀ ਉਸ ਵੇਲੇ ਪਾਠਕ ਜਿਹੜੇ ਸੀਗੇ ਪੜ੍ਹਦੇ ਸੀਗੇ, ਅਤੇ ਕਈ ਸਵਾਲ ਆ ਐਸੇ ਵੀ ਹਾਲੇ ਤਾਈਂ ਵੀ ਉਹਨਾਂ ਦੇ ਜਵਾਬ ਆਪਾਂ ਨੂੰ ਨਹੀਂ ਮਿਲੇ। ਹੁਣ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਸਵਾਲ ਉੱਥੇ ਦੇ ਉੱਤੇ ਕਿਹੜੇ ਆ ਵੀ ਉੱਥੇ ਕੀ ਹੋਇਆ, ਏਅਰਲਾਈਨ ਜਿਹੜੀ ਡਿੱਗੀ ਸੀ ਉਹਦਾ ਕੌਣ ਪਿੱਛੇ ਕੌਣ ਸੀਗੇ, ਇੰਡੀਆ ਗੌਰਮੈਂਟ ਸੀ ਜਾਂ ਕੋਈ ਹੋਰ ਸੀ, ਉਹ ਹਾਲੇ ਤਾਈਂ ਸਾਨੂੰ ਜਵਾਬ ਨਹੀਂ ਮਿਲੇ। ਹੋਰ ਵੀ ਕਈ ਚੀਜ਼ਾਂ ਇੱਦਾਂ ਦੀਆਂ ਚੱਲਦੀਆਂ ਸੀ। ਫਿਰ ਅਖੀਰ 'ਤੇ ਜਦੋਂ ਉਹ ਖਤਮ ਹੋਇਆ ਤਾਂ ਮੈਂ ਹੁਣ ਤਕਰੀਬਨ ਸੋਚਿਆ ਵੀ ਹੁਣ ਬਹੁਤ ਦੇਰ ਹੋ ਗਈ ਹੈ, ਕਿਉਂਕਿ ਕਈ ਪਾਠਕ ਆ ਜਾਂ ਕਈ ਇੱਥੇ ਆਪਣੇ ਕੈਨੇਡਾ 'ਚ ਨਵੇਂ ਆਏ ਆ, ਉਹਨਾਂ ਨੂੰ ਹਿਸਟਰੀ ਦਾ ਕੁਛ ਨਹੀਂ ਪਤਾ ਵੀ ਕੀ ਹੋਇਆ, ਕਿਹੜੇ ਮਾਹੌਲ ਦੇ ਵਿੱਚੋਂ ਅਸੀਂ ਲੰਘ ਕੇ ਗਏ ਆ। ਉਸ ਵੇਲੇ ਸੰਸਥਾਵਾਂ ਵੀ ਇੱਕ ਦੂਜੇ ਦੇ 'ਤੇ ਕਈ ਕੁਛ ਚੱਲਦਾ ਸੀਗਾ, ਉਹਨਾਂ ਨੂੰ ਕਰਨ ਦੀ ਫਿਰ ਮੈਂ ਸੋਚਿਆ ਵੀ ਇਹਨੂੰ ਇੱਕ ਕਿਤਾਬ ਦਾ ਰੂਪ ਦੇ ਦਈਏ। ਉਹ ਜਿਹੜੇ ਆਰਟੀਕਲ ਪੇਪਰ 'ਚ ਛਪੇ ਹੋਏ ਸੀਗੇ ਇੰਡੋ ਕੈਨੇਡੀਅਨ ਦੇ ਵਿੱਚ, ਉਹਨਾਂ ਨੂੰ ਆਰਟੀਕਲ ਦਾ ਇਹਦੇ ਬੁੱਕ ਦਾ ਕਿਤਾਬ ਦਾ ਰੂਪ ਦੇ ਕੇ 2018 ਦੇ ਵਿੱਚ ਇਹ ਰਿਲੀਜ਼ ਕੀਤੀ ਗਈ ਸੀ। ਉਹ ਤੋਂ ਆਪਾਂ ਜਲੰਧਰ ਤੋਂ ਛਪਾਈ ਸੀ ਤੇ ਇੱਥੇ ਆਪਣੇ ਵੈਨਕੂਵਰ ਵਿੱਚ ਰਿਲੀਜ਼ ਕੀਤੀ ਸੀ। ਇਹ ਤਕਰੀਬਨ ਇਹਦਾ ਜਿੰਨਾ ਕਿ ਸੰਖੇਪ ਜਿਹਾ ਸਫ਼ਰ ਆਇਆ ਦਾ। ਹਾਂਜੀ, ਨਹੀਂ, ਸੰਖੇਪ ਸਫ਼ਰ ਤਾਂ ਦਿੱਤਾ ਹੈ, ਲੇਕਿਨ ਇਤਿਹਾਸ ਜਿਹੜਾ ਹੈ ਬਹੁਤ ਵੱਡਾ ਤੁਸੀਂ ਦੇ ਦਿੱਤਾ ਹੈ। ਔਰ ਇਹ ਕਿਤਾਬ ਦੇ ਅੰਦਰ ਜਿਹੜਾ ਇੱਕ ਇੱਕ ਅੱਖਰ ਤੁਸੀਂ ਲਿਆ ਕੇ ਕੀਤਾ ਉਹ ਜ਼ਿੰਦਗੀ ਦੇ। ਔਰ ਫਿਰ ਵਧੀਆ ਗੱਲ ਇਹ ਹੈ ਕਿ ਅੱਜ ਦੀ ਤਰੀਕੇ 'ਚ ਕੋਈ ਚੀਜ਼ ਕਿਸੇ ਨੂੰ ਸਮਝਾਉਣ ਲਈ ਵਿਅੰਗ ਇੱਕ ਐਸਾ ਰੂਪ ਹੈ, ਜਿਸ ਵਿਅੰਗ ਦੇ ਰੂਪ ਦੇ ਨਾਲ ਤੁਸੀਂ ਗੱਲ ਨੂੰ ਜਿਹੜੀ ਹੈ ਬਹੁਤੇ ਦਿਲਚਸਪ ਤਰੀਕੇ ਦੇ ਨਾਲ ਪਾਠਕ ਤੱਕ ਪਹੁੰਚਾ ਸਕਦੇ ਹੋ, ਦਰਸ਼ਕ ਪਹੁੰਚਾ ਸਕਦੇ ਹੋ। ਕਿਉਂਕਿ ਅੱਜ ਦਰਸ਼ਕ ਇਹ ਗੱਲ ਨੂੰ ਸੁਣਨਾ ਤੇ ਪੜ੍ਹਨਾ ਪਸੰਦ ਕਰਦਾ ਹੈ ਕਿ ਇਹਦੇ ਅੰਦਰ ਵਿਅੰਗ ਕਿੱਥੇ ਹੈ, ਉਸ ਵਿਅੰਗ ਦੇ ਅੰਦਰ ਜੋ ਪਿਛਲਾ ਭਾਵ ਛੁਪਿਆ ਹੋਇਆ, ਉਹ ਬੜੀ ਵੱਡੀ ਗੱਲ ਹੁੰਦੀ ਹੈ। ਸੋ ਮੈਂ ਹੁਣ ਚਾਚਾ ਵੈਨਕੂਵਰੀਆ ਕਿਤਾਬ ਤੋਂ ਹੁਣ ਅੱਗੇ ਵਧ ਰਿਹਾ ਤੁਹਾਡੇ ਨਾਲ ਗੱਲਬਾਤ ਕਰਦਾ ਹੋਇਆ ਕਿ ਆਪ ਜੀ ਜਿਹੜਾ 5 ਰਿਵਰ ਜਿਹੜੀ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਹੈ, ਔਰ ਨਾਲ ਹੀ ਜਿਹੜੀ ਇਹਦੀ ਮੈਨੇਜਮੈਂਟ ਸਰਵਿਸਿਜ਼ ਹੈ, ਪਰਮਾਤਮਾ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਆਪ ਜੀ ਨੂੰ ਦੋਵਾਂ ਦੀ ਪ੍ਰਧਾਨਗੀ ਦੀ ਸੇਵਾ ਗੁਰੂ ਨੇ ਆਪ ਜੀ ਝੋਲੀ ਵਿੱਚ ਪਾਈ ਹੋਈ ਹੈ। ਮੈਨੂੰ ਇਹ ਦੱਸੋਗੇ ਕਿ ਇਹ ਦੋਨੋਂ ਸੰਸਥਾਵਾਂ ਦਾ ਰੋਲ ਕੀ ਹੈ? ਦੇਖੋ, ਜਿੱਥੋਂ ਤਾਂ ਆਪਣੇ ਗੁਰਦੁਆਰਾ ਉਹ ਤਾਂ ਤੁਹਾਨੂੰ ਪਤਾ ਹੀ ਆ ਵੀ ਇਹ ਆਪਣਾ ਸਮਾਜ ਦਾ ਸਾਡਾ ਅੰਗ ਆ। ਅਸੀਂ ਜਿੰਨਾ ਵੀ ਜੀਵਨ ਮਰਨ ਤੇ ਆਪਣੇ ਵਿਆਹ ਸੰਸਕਾਰ, ਜੋ ਵੀ ਸੰਸਕਾਰ ਆ, ਆਪਾਂ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਹੈਗੇ ਆ। ਤੇ ਜਿੰਨੇ ਵੀ ਉਹਦਾ ਤਾਂ ਇਹੀ ਰੋਲ ਆ ਵੀ ਆਪਾਂ ਜਿੰਨੀਆਂ ਸਰਵਿਸਿਜ਼ ਆਪਣੇ ਆ ਅਸੀਂ ਉਹ ਗੁਰਦੁਆਰਾ ਸਾਹਿਬ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ। ਇਸ ਵੇਲੇ ਤਕਰੀਬਨ ਜਿੱਦਾਂ ਆਪਾਂ ਵਿਆਹਾਂ ਦੀ ਗੱਲ ਕਰਦੇ ਹਾਂ, ਇੰਡੀਆ ਦੇ ਵਿੱਚ ਜਿੱਦਾਂ ਹੋਰ ਸਿਸਟਮ ਆ, ਇੱਥੇ ਜਿਹੜਾ ਇੱਥੋਂ ਦੇਖ ਕੇ ਜਾਂਦੇ ਨੇ, ਸਿੰਘ ਸਾਹਿਬ ਵੀ ਆਏ ਨੇ ਇੱਥੇ ਸਤਿਕਾਰਯੋਗ, ਉਹਨਾਂ ਨੇ ਵੀ ਦੇਖ ਕੇ ਉਹਨਾਂ ਨੇ ਬੜਾ ਮਾਣ ਮਹਿਸੂਸ ਕੀਤਾ ਵੀ ਹਾਂ ਇੱਥੇ ਦਾ ਜਿਹੜਾ ਪ੍ਰੋਗਰਾਮ ਹੋ ਰਹੇ ਨੇ, ਵਿਆਹ ਸ਼ਾਦੀਆਂ ਹੋ ਰਹੇ ਨੇ, ਬਿਲਕੁਲ ਠੀਕ ਹੈ, ਗੁਰਮਰਿਆਦਾ ਅਨੁਸਾਰ ਹੁੰਦੇ ਨੇ। ਤੇ ਜੇ ਆਪਾਂ ਹਾਲ ਦੇ ਵਿੱਚ ਥੱਲੇ ਜਿੱਦਾਂ ਹਾਲ ਵਗੈਰਾ ਹੁੰਦਾ, ਉੱਥੇ ਜੇ ਕੇਟਰਿੰਗ ਵਗੈਰਾ, ਲੰਗਰ ਵਗੈਰਾ ਹੁੰਦਾ, ਬਿਲਕੁਲ ਵੈਜੀਟੇਰੀਅਨ ਹੁੰਦਾ, ਉਹ ਇਸ ਹਿਸਾਬ ਨਾਲ ਉਹ ਕਰਦੇ ਆ। ਤੇ ਕਿਸੇ ਤਰ੍ਹਾਂ ਦਾ ਕੋਈ ਇੱਦਾਂ ਦਾ ਨਹੀਂ ਪੈਂਦਾ। ਇੰਡੀਆ ਦੇ ਵਾਲਾ ਹਿਸਾਬ ਨਹੀਂ ਹੈ ਵੀ ਮੈਂ ਦੇਖਿਆ ਵੀ ਕਈ ਵਾਰੀ ਉੱਥੇ ਕਿਤੇ ਬੈਂਕ ਹਾਲ 'ਚ ਚੱਲ ਜਾਓ ਤਾਂ ਉੱਥੇ ਤਾਂ ਕੋਈ ਪਤਾ ਨਹੀਂ ਲੱਗਦਾ ਵੀ ਵਿਆਹ ਆ ਕਿ ਕੀ ਹੈਗਾ ਆ, ਜਿੱਦਾਂ ਹੈਗਾ। ਸੋ ਇਸੇ ਤਰ੍ਹਾਂ ਮਰਗ ਦਾ ਵੀ ਇੱਥੇ ਕੀਤਾ ਜਾਂਦਾ ਆ। ਆਪਣੇ ਸਹਿਜ ਪਾਠ ਰੱਖ ਕੇ ਉਹਨਾਂ ਦੀ ਅੰਤਮ ਅਰਦਾਸ ਇੱਥੇ ਕੀਤੀ ਜਾਂਦੀ ਆ। ਉਹ ਇੱਕ ਕਿਸਮ ਦਾ ਇਹ ਬਣ ਚੁੱਕਾ ਆ ਵੀ ਇਸ ਤਰ੍ਹਾਂ ਪ੍ਰੋਗਰਾਮ ਕਰਨੇ ਆ, ਗੁਰਦੁਆਰਾ ਵਿੱਚ ਕਰਨਾ, ਸਹਿਜ ਪਾਠ ਕਰਨਾ, ਅੰਤਮ ਅਰਦਾਸ ਇੱਥੇ ਕਰਨੀ ਆ। ਉਹ ਇੱਕ ਕਿਸਮ ਦਾ ਸਿਸਟਮ ਇੱਥੇ ਬਣ ਚੁੱਕਾ, ਸਾਰੇ ਗੁਰਦੁਆਰਿਆਂ 'ਚ ਇਹ ਬਣ ਚੁੱਕਾ ਆ। ਇਹ ਤਾਂ ਗੁਰਦੁਆਰਿਆਂ ਦਾ ਰੋਲ ਹੈਗਾ ਆ। ਅਤੇ ਦੂਸਰੇ ਪਾਸੇ ਤੁਸੀਂ ਪੁੱਛਿਆ ਆਪਣੇ 5 ਰਿਵਰ ਦਾ, ਉਹ ਇੱਦਾਂ ਸੀ ਕਿ ਜਦੋਂ ਅਸੀਂ ਇੱਥੇ 70-80 ਦੇ ਵਿੱਚ ਦੀ ਗੱਲ ਕਰਦੇ ਹਾਂ, ਅਤੇ ਉਦੋਂ ਇੱਥੇ
ਜਿਹੜੀ ਆਪਣੀ ਫਿਊਨਰਲ ਕਾਸਟ ਸੀ ਨਾ, ਫਿਊਨਰਲ ਸਰਵਿਸਿਜ਼ ਜਿਹੜੀਆਂ ਆਪਣੇ ਗੋਰੇ ਸਪੈਸ਼ਲੀ ਚਲਾਉਂਦੇ ਜੀ ਸੀਗੇ, ਤੇ ਉਹਨਾਂ ਦੇ ਖਰਚੇ ਬਹੁਤ ਜੀ ਜ਼ਿਆਦਾ ਸੀਗੇ ਉਸ ਵੇਲੇ ਵੀ। 4-5 ਹਜ਼ਾਰ ਅੱਛਾ ਡਾਲਰ ਖਰਚਾ ਸੀਗਾ, ਤੇ ਜਦੋਂ 80 ਦੇ ਹੂੰ ਅਖੀਰ ਤਾਈਂ ਇਹ 9-10 ਹਜ਼ਾਰ ਡਾਲਰ ਤਾਈਂ ਪਹੁੰਚ ਚੁੱਕਾ ਸੀ ਖਰਚਾ, ਇੱਕ ਕਰਨ ਦਾ, ਅੰਤਮ ਅਰਦਾਸ ਕਰਨ ਦਾ, ਦਾਹ ਸੰਸਕਾਰ ਕਰਨ ਦਾ। ਉਹਨਾਂ ਨਾਲ ਬੈਠ ਕੇ ਆਪਣੇ ਜੀ ਕਮਿਊਨਿਟੀ ਦੇ ਸਾਰੇ ਲੀਡਰਾਂ ਨੇ ਗੱਲਬਾਤ ਕੀਤੀ ਵੀ ਤੁਸੀਂ ਇਹਨਾਂ ਨੂੰ ਪਲੀਜ਼ ਘਟਾ ਦਿਓ, ਪਰ ਉਹ ਘਟਾਉਣਾ ਨਹੀਂ ਸੀ ਚਾਹੁੰਦੇ। ਫਿਰ ਕਮਿਊਨਿਟੀ ਨੇ ਸਾਰੀ ਨੇ ਇਹ ਵਿਚਾਰ ਕੀਤੀ ਵੀ ਕਿਉਂ ਨਾ ਆਪਣਾ ਕੋਈ ਨਾ ਕੋਈ ਇੱਦਾਂ ਦਾ ਕੀਤਾ ਜਾਵੇ, ਬਣਾ ਲਿਆ ਜਾਵੇ। ਤੇ 1991 ਦੇ ਜੀ ਵਿੱਚ 1991 ਦੇ ਵਿੱਚ ਇਹ ਯਤਨ ਸ਼ੁਰੂ ਹੋਏ, ਅਤੇ ਉਸ ਤਰ੍ਹਾਂ ਕੋਈ ਪੈਸੇ ਇਕੱਠੇ ਕਰੋ, ਕੋਈ ਜਮ੍ਹਾਂ ਦੇ ਆਪਣੇ ਜਗ੍ਹਾ ਦੇਖੋ। ਫਿਰ ਜ਼ਿਆਦਾ ਹੁੰਦਾ ਵੀ ਤੁਹਾਨੂੰ ਇੱਥੋਂ ਦੀ ਬਾਈ ਲਾਜ਼ ਜਿਹੜੀ ਲੈਣੀ ਆ, ਬਿਲਡਿੰਗ ਬਣਾਉਣੀ ਆ, ਉਹ ਬਹੁਤ ਔਖੀ ਸੀਗੀ, ਕਿਉਂਕਿ ਇਹ ਜਿਹੜਾ ਸਿਸਟਮ ਅੱਛਾ ਆ ਜਾਂ ਇਹਦਾ ਫਿਊਨਰਲ ਸਰਵਿਸਿਜ਼ ਆ, ਇਸ ਮੋਨੋਪਲੀ ਆ ਇੱਥੋਂ ਦੀ ਜਿੱਦਾਂ ਸੀਗੀ ਇੱਕ, ਉਹ ਕਿਸੇ ਨੂੰ ਦੇਣਾ ਨਹੀਂ ਚਾਹੁੰਦੇ ਸੀਗੇ, ਕਿਉਂਕਿ ਉਹਨਾਂ ਦੀ ਮੋਨੋਪਲੀ ਟੁੱਟਦੀ ਆ ਜੇ ਕੋਈ ਹੋਰ ਕੋਈ ਕਰਦਾ ਤਾਂ। ਤੇ ਅਸੀਂ ਇਹ ਜੀ ਜੀ ਤਕਰੀਬਨ ਸਾਰੀ ਕਮਿਊਨਿਟੀ ਦੀਆਂ ਤਕਰੀਬਨ 15-16 ਜਿਹੜੀਆਂ ਚੈਰੀਟੇਬਲ ਸੁਸਾਇਟੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਫਿਰ ਇਹ 2002 ਦੇ ਵਿੱਚ ਕੰਪਲੀਟ ਕੀਤਾ ਸੀ। ਜਿੱਦਾਂ ਉੱਥੇ ਪਹਿਲੀ ਸਰਵਿਸ 2002 ਚ ਸ਼ੁਰੂ ਹੋਈ ਆ ਉੱਥੇ ਜੀ, ਤੇ ਉੱਥੇ ਤਕਰੀਬਨ ਓਕੇ 4 ਹਾਲ ਬਣਾਏ ਸੀ, 4 ਭੱਠੀਆਂ ਲੱਗੀਆਂ ਉੱਥੇ। ਤੇ ਇਸ ਵੇਲੇ ਉਹ ਸਿਸਟਮ ਇੱਦਾਂ ਆ ਵੀ ਆਪਾਂ ਉੱਥੇ ਜਾਂਦੇ ਆ, ਆਪਾਂ ਫਿਊਨਰਲ ਸਰਵਿਸ ਕਰਦੇ ਆ, ਉੱਥੇ ਬੈਠ ਕੇ ਆਪਣੇ ਉਹਨਾਂ ਦੇ ਜੋ ਵੀ ਗਿਆਨੀ ਜੀ ਨੇ ਅਰਦਾਸ ਕਰਦੇ ਆ, ਤੇ ਉੱਥੋਂ ਫਿਰ ਸਾਰਾ ਉਹਦੇ ਜਿਹੜਾ ਆਪਣਾ ਸੰਸਾਰਿਕ ਯਾਤਰਾ ਪੂਰੀ ਕਰਕੇ ਜੋ ਵੀ ਇਨਸਾਨ ਚਲ ਜਾਂਦਾ ਆ, ਉਹਦੇ ਬਾਰੇ ਕੋਈ ਦੱਸਦੇ ਆ, ਬੰਦੇ ਬੈਠੇ ਆਪਣੇ ਜਿੰਨੇ ਵੀ ਸੱਜਣ ਉੱਥੇ ਜਾਂਦੇ ਆ। ਤੇ ਉਹਦੇ ਜੀ ਨਾਲ ਹੀ ਜੀ ਕੋਈ ਮਤਲਬ ਇਨਡੋਰ ਆ, ਸਾਨੂੰ ਬਾਹਰ ਨਹੀਂ ਜਾਣਾ ਪੈਂਦਾ, ਨਾਲ ਹੀ ਲੱਗਦਾ ਭੱਠੀ ਆ, ਉੱਥੇ ਜਾ ਕੇ 10-15 ਬੰਦੇ ਅੰਦਰ ਜਾ ਕੇ ਦਾਹ ਸੰਸਕਾਰ ਕਰਕੇ ਆ ਜਾਂਦੇ ਆ। ਉਸ ਤੋਂ ਬਾਅਦ ਫਿਰ ਆਪਾਂ ਕੀਰਤਨ ਸੋਲਾ ਤੇ ਹੋਰ ਸਾਰੀ ਅਰਦਾਸ ਕਰਕੇ ਘਰੋਂ ਘਰੀ ਚੱਲ ਜਾਂਦੇ ਆ। ਤੇ ਉਹ ਫਿਰ ਉੱਥੋਂ ਜਿੰਨੇ ਵੀ ਸੱਜਣ ਹੁੰਦੇ ਆ ਸਾਰੇ ਗੁਰਦੁਆਰਾ ਸਾਹਿਬ ਆ ਜਾਂਦੇ ਆ, ਜਿੱਥੇ ਕਿ ਉਹਨਾਂ ਨੇ ਸਹਿਜ ਪਾਠ ਰਖਾਏ ਹੁੰਦੇ ਆ ਜਾਂ ਅਖੰਡ ਪਾਠ ਰਖਾਏ ਹੁੰਦੇ ਆ, ਉਹਨਾਂ ਦੇ ਆਪ ਕੇ ਅੰਤਮ ਅਰਦਾਸ ਫਿਰ ਗੁਰਦੁਆਰਾ ਸਾਹਿਬ ਆ ਕੇ ਪੂਰੀ ਕਰਦੇ ਆ। ਤੇ ਨਾਲ ਫਿਰ ਕਈਆਂ ਨੇ ਲੰਗਰ ਦਾ ਵੀ ਪ੍ਰੋਗਰਾਮ ਕੀਤਾ ਹੁੰਦਾ ਆ, ਤੇ ਇਸ ਤਰ੍ਹਾਂ ਇਹ ਸਾਰੀ ਪ੍ਰੋਸੀਜਰ ਚੱਲਦੀ ਆ। ਤੇ ਜੇ ਤੁਸੀਂ ਆਪਾਂ ਉੱਥੋਂ ਦਾ ਦੇਖਦੇ ਆ, ਉਹ ਸਿਸਟਮ ਇਹ ਇੱਕ ਕਿਸਮ ਦਾ ਚੈਰੀਟੇਬਲ ਨਾਨ ਪ੍ਰੋਫਿਟੇਬਲ ਹੈਗਾ ਆ। ਐਨ ਕਿਸੇ ਵੀ ਕਮਿਊਨਿਟੀ ਦਾ ਬੰਦਾ ਉੱਥੇ ਜਾ ਕੇ ਇੱਥੇ ਆਪਣਾ ਅੰਤਮ ਸੰਸਕਾਰ ਲਈ ਉਹਦੀ ਜਗ੍ਹਾ ਯੂਜ਼ ਕਰ ਸਕਦਾ ਆ, ਹਰ ਇੱਕ ਲਈ ਉਹ ਖੁੱਲ੍ਹਾ ਆ, ਤੇ ਉਹਦੇ ਖਰਚਾ ਵੀ ਬਹੁਤ ਘੱਟ ਓਕੇ ਆ। ਇਸ ਵੇਲੇ ਜੇ ਤੁਸੀਂ ਦੇਖੋ ਤਾਂ ਤਕਰੀਬਨ $3,000 ਨਹੀਂ ਖਰਚਾ ਆਉਂਦਾ ਆ, ਤੇ ਜੇ ਤੁਸੀਂ ਬਾਹਰ ਲਿਆਂ ਤੇ ਜਾਓ ਤਾਂ ਉਹ ਖਰਚੇ ਬਹੁਤ ਜ਼ਿਆਦਾ ਹੈਗੇ ਆ। ਤੇ ਇਹ ਇੱਕ ਕਿਸਮ ਦਾ ਓਕੇ ਕਮਿਊਨਿਟੀ ਬੇਸ ਹੈਗਾ, ਜਿਹੜੇ ਸਾਰੀਆਂ ਸੁਸਾਇਟੀਆਂ ਨੇ ਰਲ ਕੇ ਬੋਰਡ ਬਣਾਇਆ ਆ। 2 ਬੋਰਡ ਬਣਾਏ ਹੋਏ ਆ, ਇੱਕ ਨੂੰ ਅਸੀਂ ਕਹਿੰਦੇ ਆ 5 ਰਿਵਰ ਕਮਿਊਨਿਟੀ ਸਰਵਿਸ ਸੁਸਾਇਟੀ, ਦੂਜਾ ਬੋਰਡ ਹੈਗਾ 5 ਰਿਵਰ ਔਰ ਦੂਜਾ ਮੈਨੇਜਮੈਂਟ ਸਰਵਿਸ ਸੁਸਾਇਟੀ। ਹਾਂਜੀ ਜੀ ਹਾਂਜੀ 5 ਮੈਨੇਜਮੈਂਟ ਸਰਵਿਸ ਸੁਸਾਇਟੀ। ਜਿਹੜੀ ਕਮਿਊਨਿਟੀ ਸਰਵਿਸ ਸੁਸਾਇਟੀ ਆ, ਉਹ ਬਿਲਡਿੰਗ ਨੂੰ ਓਨ ਕਰਦੀ ਆ, ਜੋ ਖਰਚੇ ਵਗੈਰਾ ਕਰਨੇ ਆ ਜਾਂ ਅਪਡੇਟ ਕਰਨੇ ਆ ਉਹ ਕਰਦੇ ਆ। ਤੇ ਜਿਹੜਾ ਮੈਨੇਜ ਕਰਨਾ ਡੇ ਟੂ ਡੇ ਸਿਸਟਮ ਆ, ਜਿਹੜੇ ਉੱਥੇ ਆਪਾਂ EMPLOYEE ਰੱਖੇ ਹੋਏ ਆ, ਉਹਨਾਂ ਦੇ ਨਾਲ ਡੀਲ ਕਰਕੇ ਉਹ 5 ਰਿਵਰ ਮੈਨੇਜਮੈਂਟ ਸਰਵਿਸ ਸੁਸਾਇਟੀ ਕਰਦੀ ਆ। ਤੇ ਇਹ ਤਕਰੀਬਨ ਮੇਰੇ ਖਿਆਲ 'ਚ ਸਾਰੀ ਦੁਨੀਆ 'ਚ ਪਹਿਲਾ ਹੋਣਾ ਆ ਵੀ ਜਿਹੜਾ ਇਹ ਜਿਹੜਾ ਨਾਨ ਪ੍ਰੋਫਿਟ ਬੇਸ ਤੇ ਚੱਲ ਰਿਹਾ ਆ, ਜਿਹੜਾ ਸਾਰੀ ਕਮਿਊਨਿਟੀ ਨੂੰ ਸਰਵਿਸ ਦੇ ਰਿਹਾ ਆ। ਇਹ 5 ਰਿਵਰ ਫਿਊਨਰ ਹੋਮ, ਜਿਹੜਾ ਰਿਵਰ ਸਾਈਡ ਫਿਊਨਰ ਹੋਮ ਅਸੀਂ ਇਹਨੂੰ ਕਹਿੰਦੇ ਆ, ਇੱਥੇ ਡੈਲਟਾ ਦੇ ਵਿੱਚ ਇੱਥੇ ਸਥਿਤ ਹੈਗਾ ਆ। ਤੇ ਆਮ ਤਕਰੀਬਨ ਹਰ ਮਹੀਨੇ ਇੱਥੇ ਆਈ ਵੁੱਡ ਸੇ 80 to 90 ਤਾਈਂ ਉੱਥੇ ਸਰਵਿਸ ਹੋ ਜਾਂਦੀਆਂ। ਇਸ ਮਹੀਨੇ ਤਾਂ ਤਕਰੀਬਨ 100 ਤੋਂ ਵੀ ਉੱਪਰ ਹੋ ਗਈਆਂ ਸੀਗੀਆਂ ਮਹੀਨੇ ਦੇ ਵਿੱਚ ਸਰਵਿਸ। ਤੋ ਇਹਨਾਂ ਨੂੰ ਕੀਪ ਅਪ ਕਰਨਾ ਵੀ ਬਹੁਤ ਇਸੇ ਕਾਫੀ ਤੁਹਾਨੂੰ ਔਖੇ ਹੋ ਕੇ ਵੀ ਕਰਨਾ ਪੈਂਦਾ ਹੈ, ਕਿਉਂਕਿ ਜ਼ਿਆਦਾ ਫਿਊਨਰਲ ਤੇ ਸੈਚਰਡੇ ਸੰਡੇ ਹੁੰਦੇ ਆ ਸਰਵਿਸ, ਤੇ ਵੀਕਡੇ 'ਚ ਵੀ ਹੁਣ ਛੁੱਟੀਆਂ ਹੋਈਆਂ ਹੀ ਆ। ਫਿਰ ਉਹਦੇ ਨਾਲ ਤੁਹਾਨੂੰ ਪਤਾ ਵੀ ਜਿਹੜੇ ਅਸਥ ਲੈਣੇ ਹੁੰਦੇ ਆ ਉਹ ਲੈ ਕੇ ਜਾਣੇ, ਫਿਰ ਜਿਹੜੀ ਫਿਊਨਰਲ ਸਰਵਿਸ ਅਰੇਂਜ ਕਰਨੀ, ਇਸ ਤਰ੍ਹਾਂ ਉੱਥੇ ਜਿਹੜੇ ਫਿਊਨਰਲ ਡਾਇਰੈਕਟਰ ਰੱਖੇ ਹੋਏ ਆ ਉਹ ਸਾਰੇ ਇਸ ਤਰ੍ਹਾਂ ਕੰਮ ਕਰਦੇ ਆ। ਸੋ ਇਸ ਪੂਰਾ ਰੈਕੋਗਨਾਈਜ਼ ਹੈਗਾ ਆ। ਸਾਨੂੰ ਗੌਰਮੈਂਟ ਦੇ ਨਾਲ ਕੋਆਪਰੇਟ ਕਰਨਾ ਪੈਂਦਾ ਆ, ਗੌਰਮੈਂਟ ਦੇ ਸਾਰੇ ਲਾਇਸੈਂਸ ਲੈਣੇ ਪੈਂਦੇ ਆ, ਉਹ ਜਿੰਨੇ ਵੀ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਅਪ ਟੂ ਡੇਟ ਰਹਿਣਾ ਪੈਂਦਾ ਆ। ਪਰ ਜਿਹੜਾ ਸਾਡਾ ਬੋਰਡ ਆ ਉਹ ਸਾਰਾ ਵੋਲੰਟੀਅਰ ਬੇਸ ਦੇ ਉੱਤੇ ਕੰਮ ਕਰਦਾ ਹੈ। ਹਾਂਜੀ ਤੋ ਜਬਲ ਸਾਹਿਬ ਬਹੁਤ ਵਿਸਤਾਰ ਵਿੱਚ ਤੁਸੀਂ ਸਾਨੂੰ ਗੱਲ ਨੂੰ ਸਮਝਾਇਆ, ਕਿਉਂਕਿ ਇਹ ਇੱਕ ਸਮੱਸਿਆ ਜਿਹੜੀ ਹੈ ਨਾ
ਆਨੰਦ ਕਾਰਜ ਦੀ ਗੱਲ ਕਰਨੀ, ਫਿਰ ਉਹਦੀ ਮਰਿਆਦਾ ਰੱਖਣੀ, ਔਰ ਨਾਲ ਹੀ ਜਿਸ ਤਰ੍ਹਾਂ ਇਹ ਫਿਊਨਰਲ ਦੀ ਗੱਲ ਕੀਤੀ ਹੈ ਤੁਸੀਂ, ਕਿਵੇਂ ਮਤਲਬ ਅਸੀਂ ਇਹ ਅੰਗੀਠਾ ਸਾਬਣ ਤੋਂ ਬਾਅਦ ਵੇਟ ਕਰਦੇ ਰਹਿੰਦੇ ਸੀ ਕਿ ਬਈ ਹੁਣ ਕੀ ਕਰੀਏ, ਜਾਂ ਪਹਿਲਾਂ ਸੰਸਕਾਰ ਤੋਂ ਪਹਿਲਾਂ ਕਦੀ ਜ਼ਮਾਨਾ ਸੀ ਕਿ ਬਈ ਇੱਧਰੋਂ ਦੀ ਬੋਡੀ ਜਿਹੜੀ ਸੀ ਉਧਰ ਜਾਂਦੀ ਸੀ, ਫਿਰ ਜਾ ਕੇ ਕਰਦੇ ਸੀ, ਇੱਥੇ ਅਲਾਉਡ ਨਹੀਂ ਸੀ। ਹੁਣ ਇਹ ਸਿਸਟਮ ਨੂੰ ਕਰਨਾ ਕਿੰਨਾ ਇਸ ਸੁਸਾਇਟੀ ਦੀ ਧਰਤੀ ਦੇ ਨਾਲ ਇਹ ਇਨਸਾਨ ਜੁੜ ਗਿਆ ਹੈ, ਇਹ ਬੜਾ ਵੱਡਾ ਕੰਮ ਹੈ 5 ਰਿਵਰ ਸੁਸਾਇਟੀ ਦਾ। ਸੋ ਮੈਂ ਹੁਣ ਤੁਹਾਡੇ ਕੋਲ ਆ ਰਿਹਾ ਗੱਲਬਾਤ ਕਰਨ ਵਾਸਤੇ ਕਿ ਕੈਨੇਡਾ ਦੀ ਰਾਮਗੜੀਆ ਸੁਸਾਇਟੀ, ਜਿਹਦਾ ਕਿ ਆਪ ਜੀ ਨੇ ਜਿਹਦੀਆਂ ਐਕਟੀਵਿਟੀ ਬਾਰੇ ਮੈਂ ਆਪ ਜੀ ਕੋਲੋਂ ਜਾਣਕਾਰੀ ਲਵਾਂਗਾ ਕਿ ਰਾਮਗੜੀਆ ਜਿਹੜੀ ਸੁਸਾਇਟੀ ਹੈ, ਇਹ ਸੁਸਾਇਟੀ ਇਤਿਹਾਸਕ ਕਾਰਜਾਂ ਵਾਸਤੇ, ਸਮਾਜਿਕ ਕਾਰਜਾਂ ਵਾਸਤੇ ਤੇ ਕਮਿਊਨਿਟੀ ਬੇਸਡ ਕੀ ਕੰਮ ਕਰਦੀ ਹੈ। ਇਹ ਸੁਸਾਇਟੀ ਜਦੋਂ ਮੈਂ ਤਕਰੀਬਨ 69 ਚ ਇੱਥੇ ਆਇਆ ਸੀ ਤੇ 70 ਦੇ ਵਿੱਚ ਸਾਡੇ 20 ਫੈਮਲੀਆਂ ਹੁੰਦੀਆਂ ਸੀ, ਰਾਮਗੜ੍ਹੀ ਪਰਿਵਾਰ ਸੀਗੇ। ਤੇ ਉਹ ਪਹਿਲਾਂ ਤਾਂ ਮਿਲ ਜੋਲ ਲਈ ਜਿੱਦਾਂ ਆਪਣੇ ਭਾਈਚਾਰਕ ਤੌਰ ਤੇ ਸੁਸਾਇਟੀ ਬਣਾਈ ਸੀਗੀ, ਤੇ ਇਹ ਸੁਸਾਇਟੀ 1972 ਚ ਰਜਿਸਟਰ ਕਰਾਈ ਸੀਗੀ ਤੇ 1975 ਚ ਸਾਨੂੰ ਚੈਰੀਟੇਬਲ ਟੈਕਸ ਸਟੇਟਸ ਮਿਲ ਗਿਆ ਸੀਗਾ। ਤੇ ਪਹਿਲੇ ਗੁਰਦੁਆਰਾ ਸਾਹਿਬ ਅਸੀਂ 1985 ਚ ਬਣਾਏ ਆ, 1985 ਦੇ ਵਿੱਚ। ਉਹ ਬਨ ਵਿੱਚ ਹੁੰਦੇ ਸੀਗੇ ਤੇ ਉਥੋਂ ਹੌਲੀ ਹੌਲੀ, ਕਿਉਂਕਿ ਪਹਿਲਾਂ ਸਾਡੇ ਮੈਂਬਰਸ਼ਿਪ ਵੀ ਘੱਟ ਹੁੰਦੀ ਆ ਤੇ ਉਦੋਂ ਫਿਰ ਜਿਹੜਾ ਫੁੱਲ ਟਾਈਮ ਨਹੀਂ ਸੀ ਗੁਰਦੁਆਰਾ ਸਾਹਿਬ, ਉਸ ਦਾ ਵੀਕਐਂਡ ਤੇ ਹੋ ਗਿਆ ਜਾਂ ਉਸ ਤਰ੍ਹਾਂ ਚੱਲਦਾ, ਜ਼ਿਆਦਾ ਸੰਗਤ ਇਕੱਠੀ ਹੁੰਦੀ ਸੀਗੀ। ਪਰ ਫਿਰ ਦੇਖਿਆ ਵੀ ਸੰਗਤ ਵਾਸਤੇ ਜਿਹੜੀ ਘੱਟ ਆ ਫੈਸਿਲਿਟੀ, ਤਾਂ ਫਿਰ 2010 ਦੇ ਵਿੱਚ ਅਸੀਂ ਸਰੀ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਏ ਸਾਰੀ ਸੁਸਾਇਟੀ ਨੇ। ਤੇ ਉਹ 2010 ਤੋਂ ਜਦੋਂ ਸ਼ੁਰੂ ਹੋਇਆ ਫਿਰ ਫੁੱਲ ਫਲੈਜ ਗੁਰਦੁਆਰਾ ਸਾਰੀਆਂ ਜਿੰਨੀਆਂ ਵੀ ਸੇਵਾਵਾਂ ਉੱਥੇ ਸ਼ੁਰੂ ਕੀਤੀਆਂ। ਤੇ ਗੁਰਦੁਆਰਾ ਸਾਹਿਬ ਸਾਰਾ ਓਪਨ ਆ, ਇਸ ਓਪਨ ਫॉर ਐਵਰੀਬਾਡੀ, ਫਸਟ ਕਮ ਫਸਟ ਸਰਵ ਦੇ ਬੇਸ ਦੇ ਉੱਤੇ ਉਹਨਾਂ ਨੂੰ ਸਰਵਿਸ ਦਿੱਤੀਆਂ ਜਾਂਦੀਆਂ ਆ। ਆਪਣੇ ਉੱਥੇ ਵਿਆਹ ਬੁੱਕ ਹੁੰਦੇ ਆ, ਹੋਰ ਜਿੰਨੇ ਵੀ ਸਮਾਗਮ ਹੁੰਦੇ ਆ, ਅਖੰਡ ਪਾਠ ਹੁੰਦੇ ਆ, ਜੇ ਪਿੰਡ ਵਾਲਿਆਂ ਦੇ ਵੀ ਕੋਈ ਜਿੱਦਾਂ ਸਾਰੇ ਪਿੰਡ ਦੇ ਬੰਦੇ ਇਕੱਠੇ ਹੋ ਕੇ ਪ੍ਰੋਗਰਾਮ ਕਰਦੇ ਆ, ਅਖੰਡ ਪਾਠ ਕਰਦੇ ਆ, ਉਹ ਇਸ ਤਰ੍ਹਾਂ ਉਹ ਸਾਰੀਆਂ ਉੱਥੇ ਫੈਸਿਲਿਟੀ ਉਹਨਾਂ ਨੂੰ ਮਿਲਦੀਆਂ ਹੈਗੀਆਂ। ਇਸ ਕਰਕੇ ਸਾਰਾ ਓਪਨ ਹੈ, ਇਸ ਓਪਨ ਟੂ ਆਲ, ਸਾਰਿਆਂ ਨੂੰ ਇਹ ਹੈਗਾ। ਔਰ ਇੰਨਾ ਆ ਬਈ ਬੱਚੇ ਵੀ ਉੱਥੇ ਪਸੰਦ ਕਰਦੇ ਆ, ਔਰ ਉਹਨਾਂ ਦੀ ਫਸਟ ਪ੍ਰੈਫਰੈਂਸ ਹੁੰਦੀ ਆ ਵੀ ਜੇ ਅਸੀਂ ਵਿਆਹ ਵਗੈਰਾ ਸ਼ਾਦੀ ਕਰਾਉਣੀ, ਆਨੰਦ ਕਾਰਜ ਕਰਾਉਣੇ, ਇੱਥੇ ਹੀ ਕਰਾਉਣੇ ਆ। ਤੇ ਹੁਣ ਤਾਂ ਕਈ ਵਾਰੀ ਇੱਥੋਂ ਤਾਈਂ ਵੀ ਆ ਜਾਂਦਾ ਆ ਵੀ ਉਹਨਾਂ ਨੂੰ ਆਪਣੇ ਜਿੱਦਾਂ ਫਰਾਈਡੇ ਤੇ ਸੈਚਰਡੇ ਨਹੀਂ ਹੁੰਦੇ, ਸੰਡੇ ਨੂੰ ਅਸੀਂ ਉੱਥੇ ਵਿਆਹ ਨਹੀਂ ਕਰਦੇ। ਉਹ ਅਸੀਂ ਸਟ੍ਰਿਕਟਲੀ ਸਾਧ ਸੰਗਤ ਦੇ ਰੱਖਿਆ ਆ, ਉਹਨਾਂ ਨੂੰ ਕਹੇ ਸੰਡੇ ਵਿਆਹ ਨਹੀਂ ਕਰਨਾ, ਕਿਉਂਕਿ ਗੁਰਦੁਆਰਾ ਸਾਹਿਬ ਆ, ਸੰਡੇ ਨੂੰ ਸਾਡੀ ਸੰਗਤ ਜੁੜਦੀ ਆ, ਤਾਂ ਕਿ ਜੇ ਅਸੀਂ ਵਿਆਹ ਕਰ ਦਈਏ ਰੱਖ ਦਈਏ ਤਾਂ ਸ਼ਾਦੀ ਆਨੰਦ ਕਾਰਜ ਤਾਂ ਉਹ ਸਾਰੀ ਇੰਟਰਪਸ਼ਨ ਹੋ ਜਾਂਦੀ ਆ। ਸੰਗਤ ਤੁਹਾਡੇ ਨਾਲ ਫਿਰ ਗੁਰਦੁਆਰਾ ਸਾਹਿਬ ਨਹੀਂ ਰਹਿ ਜਾਂਦਾ, ਫਿਰ ਆਪਾਂ ਬੈਂਕੁਟ ਹਾਲ ਰਹਿ ਜਾਂਦਾ। ਉਹ ਫਿਰ ਅਸੀਂ ਇਹਨਾਂ ਨੂੰ ਰੱਖਿਆ ਵੀ ਮੰਡੇ ਟੂ ਲੈ ਕੇ ਸੈਚਰਡੇ ਤਾਈਂ ਜੇ ਕਿਸੇ ਨੇ ਵਿਆਹ ਬੁੱਕ ਕਰਨਾ ਤਾਂ ਕਰ ਸਕਦੇ ਆ। ਉਹ ਵਿਆਹ ਜਿਹੜਾ ਤਕਰੀਬਨ 2-2:30 ਵਜੇ ਤਾਈਂ ਤਕਰੀਬਨ ਸਾਰਾ ਸਮਾਗਮ ਖਤਮ ਹੋ ਜਾਂਦਾ ਆ। ਉਹ ਤੋਂ ਬਾਅਦ ਸ਼ਾਮ ਦੇ ਪ੍ਰੋਗਰਾਮ ਚੱਲਦੇ ਆ, ਜੇ ਕਿਸ ਦਾ ਕੋਈ ਅੰਤਮ ਅਰਦਾਸ ਦਾ ਪ੍ਰੋਗਰਾਮ ਹੈ ਉਹ ਵੀ ਉਸ ਤਰ੍ਹਾਂ ਚੱਲਦਾ ਆ। ਤੇ ਤਕਰੀਬਨ ਆਮ ਵੀ ਜਿੰਨੇ ਵੀ ਹੁੰਦੇ ਆ, ਹੁਣ ਤਾਂ ਲੋਕ ਜੇ ਤੁਹਾਨੂੰ ਉਹਨਾਂ ਨੂੰ ਫਰਾਈਡੇ ਸੈਚਰਡੇ ਨਹੀਂ ਵੀ ਮਿਲਦਾ, ਕਈ ਵਾਰੀ ਥਰਸਡੇ ਵੈਨਸਡੇ 'ਚ ਵੀ ਵਿਆਹ ਹੋਣੇ ਸ਼ੁਰੂ ਹੋ ਜਾਂਦੇ ਆ। ਪਰ ਇਸ ਵੇਲੇ ਜੇ ਦੇਖਿਆ ਜਾਵੇ, ਕੋਵਿਡ ਦਾ ਸਿਸਟਮ ਚੱਲਦਾ ਸੀਗਾ, ਕੋਵਿਡ ਦੇ ਸਿਸਟਮ ਕਰਕੇ ਸਾਨੂੰ ਕਈ ਵਿਆਹ ਇਸ ਸਾਲ ਕੈਂਸਲ ਕਰਕੇ ਜਾਂ ਪੋਸਟਪੋਨ ਕਰਕੇ ਅੱਗੇ ਕਰਨੇ ਪਏ ਆ। ਇਸ ਸਾਲ ਦੇ ਵਿੱਚ ਕਈ 4-4 ਦਿਨ 5 ਬੁੱਕ ਹੋਇਆ। ਹਾਂਜੀ, ਸੋ ਜਬਲ ਸਾਹਿਬ ਮੈਂ ਇੱਥੇ ਗੱਲਬਾਤ ਅੱਗੇ ਹਾਂਜੀ ਆਪ ਤੁਸੀਂ ਗੱਲ ਜਾਰੀ ਰੱਖੋ ਜੀ ਪਲੀਜ਼। ਹਾਂਜੀ, ਇਸ ਵੇਲੇ ਜਿੱਦਾਂ ਕੋਵਿਡ ਹੋਣ ਕਰਕੇ ਸਾਨੂੰ ਉਹ ਪੋਸਟਪੋਨ ਕਰਨੇ ਪਏ ਆ। ਪਰ ਉੱਥੇ ਹੁਣ ਸਾਡੇ ਇੱਥੇ ਇਹ ਕਰਤਾ, ਜਿੱਦਾਂ ਕਾਫੀ ਲੋਕਡਾਊਨ ਕੀਤਾ ਸੀ ਗਵਰਨਮੈਂਟ ਨੇ, ਉਹਨਾਂ ਨੇ ਹੁਣ ਕਹਿ ਦਿੱਤਾ ਵੀ ਅੰਤਮ ਅਰਦਾਸ ਤੇ ਆਪਣੇ ਵਿਆਹ ਸ਼ਾਦੀਆਂ ਦੇ ਉੱਤੇ ਤੁਸੀਂ ਸਿਰਫ 10 ਬੰਦੇ ਹੀ ਇਕੱਠੇ ਹੋ ਸਕਦੇ ਆ। ਤੇ ਜਿਹੜੇ ਤਾਂ ਹੈਗੇ ਆ ਵੈਡਿੰਗ ਵਗੈਰਾ ਹੈਗੀ ਆ, ਉੱਥੇ ਆਫੀਸ਼ੀਐਂਟ ਵੀ ਵਿੱਚ ਆਉਂਦੇ ਆ। ਜੇ ਆਪਣੇ ਰਾਗੀ ਜੱਥਾ ਤੇ ਵਿੱਚ ਗਿਆਨੀ ਹੋਣੀ ਪਾ ਕੇ ਮਤਲਬ ਕਿ 5-6 ਬੰਦੇ, 6 ਬੰਦੇ ਸਾਰੇ ਗੁਰਦੁਆਰਾ ਸਾਹਿਬ ਵਿਆਹ 'ਚ ਦਾਖਲ ਹੋ ਸਕਦੇ ਆ। ਸਾਨੂੰ ਉਹ ਬਿਲਕੁਲ ਉਹਨਾਂ ਨੂੰ ਕਰਨਾ ਪੈਂਦਾ ਆ, ਤਾਂ ਕਿ ਨਹੀਂ ਤਾਂ ਜਿਹੜਾ ਆਪਣੇ ਕੋਵਿਡ ਦਾ ਜਿਹੜਾ ਆ ਇੱਥੋਂ ਦਾ ਹੈਲਥ ਆਫਿਸਰ ਦਾ ਆਰਡਰ ਆ, ਉਹਦੇ ਫਿਰ ਅਗੇਂਸਟ ਜਾਂਦੀ ਸਾਰੀ ਗੱਲਬਾਤ। ਇਸੇ ਤਰ੍ਹਾਂ ਉਹਨਾਂ ਨੇ ਫਿਊਨਰਲ ਹੋਮ 'ਚ ਰੱਖਿਆ ਆ ਵੀ ਜੇ ਤੁਸੀਂ ਆਉਣਾ ਆ ਤਾਂ 10 ਬੰਦੇ ਆ ਸਕਦੇ ਆ, ਪਰ ਸਟਾਫ ਦੇ ਮੈਂਬਰ ਐਕਸਟਰਾ ਹੋ ਸਕਦੇ ਆ ਜਿਹੜੇ ਉੱਥੇ ਲੁੱਕ ਆਫਟਰ ਕਰਦੇ ਆ। ਫਿਰ ਉਹਨਾਂ ਨੇ ਸਟ੍ਰਿਕਟਲੀ ਪਾਇਆ ਵੀ ਮਾਸਕ ਪਾਓ, 6 ਫੁੱਟ ਦਾ ਡਿਸਟੈਂਸ ਰੱਖੋ। ਉਹ ਅਸੀਂ ਪ੍ਰੋਪਰਲੀ ਅਡਹੇਅਰ ਕਰਦੇ ਆ ਇੱਥੇ, ਤਾਂ ਕਿ ਗੁਰਦੁਆਰਾ ਸਾਹਿਬ ਵਿੱਚ ਅਸੀਂ ਕੰਟਰੋਲ ਰੱਖਿਆ। ਪਰ ਇੱਕ ਮੈਂ ਤੁਹਾਨੂੰ ਇੱਥੇ ਥੋੜ੍ਹੀ ਜਿਹੀ ਗੱਲ ਦੱਸਣੀ ਚਾਹੁੰਦਾ, ਅਸੀਂ ਗੁਰਦੁਆਰੇ 'ਚ ਇਹ ਸਿਸਟਮ ਰੱਖਿਆ ਆ ਵੀ ਜਿਹੜੇ ਵੀ ਬੰਦੇ ਕਮੇਟੀ 'ਚ ਆਉਂਦੇ ਆ, ਉਹ ਆਪਣੇ ਸੇਵਾ ਲਈ ਟਾਈਮ ਜ਼ਰੂਰ ਕੱਢਣ।
ਉਹਨਾਂ ਦੀਆਂ ਅਸੀਂ ਡਿਊਟੀਆਂ ਲਾਈਆਂ ਹੁੰਦੀਆਂ ਵੀ ਹਫ਼ਤੇ ਦੇ ਵਿੱਚ ਜਿੱਦਾਂ 4 ਘੰਟੇ ਇੱਕ ਆਉਣਾ, 4 ਘੰਟੇ ਨਹੀਂ ਆਉਣਾ, ਜਾਂ ਕੋਈ ਰਸੀਦਾਂ ਕੱਟਣੀਆਂ, ਜਾਂ ਕੋਈ ਕਿਸੇ ਨੂੰ ਕੋਈ ਲੋੜ ਆ ਉਹ ਕਰਦੇ ਆ। ਅਤੇ ਮੈਂ ਆਪਣੇ ਆਪ ਵੀ ਤਕਰੀਬਨ ਸਾਰਾ ਦੱਸਿਆ ਆ ਵੀ ਮੈਂ ਉੱਥੇ ਹਰ ਰੋਜ਼ ਜਾਈਦਾ ਆ, ਸਵੇਰੇ ਸ਼ਾਮ ਕੋਈ ਨਾ ਕੋਈ ਪ੍ਰੋਗਰਾਮ ਐਡਜਸਟ ਕਰਨਾ ਜਾਂ ਕੁਛ ਵੀ ਕਰਨਾ, ਉਹ ਸਾਰਾ ਕਰੀਦਾ ਉੱਥੇ, ਤਾਂ ਕਿ ਸੇਵਾ ਭਾਵਨਾ ਨਾਲ ਸੇਵਾ ਭਾਵਨਾ ਨੂੰ ਪਹਿਲ ਦਿੱਤੀ ਹੋਈ ਆ। ਇਹ ਮੇਰਾ ਮਤਲਬ ਕਹਿੰਦਾ ਇਹ ਹੈਗਾ ਸਾਰਾ ਕੁਛ। ਹਾਂਜੀ ਜਬਲ ਸਾਹਿਬ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ, ਸਿੱਖੀ ਚੈਨਲ ਦੇ ਦਰਸ਼ਕਾਂ ਨੂੰ, ਅੱਜ ਸਾਡੇ ਨਾਲ ਸਰ ਸੁਰਿੰਦਰ ਸਿੰਘ ਜੀ ਜੱਬਲ, ਜਿਹੜੇ ਕਿ ਵੈਨਕੂਵਰ ਦੇ ਅੰਦਰ, ਸਰੀ ਵੈਨਕੂਵਰ ਦੇ ਅੰਦਰ ਹੁੰਦੇ ਨੇ, ਔਰ ਇਹਨਾਂ ਨੇ ਜਿਹੜੀ ਪੰਜਾਬੀ ਸਾਹਿਤ ਨੂੰ ਕਿਤਾਬ ਦੀ ਜਿਹੜੀ ਇਹਨਾਂ ਨੇ ਪਾਈ ਹੈ, ਔਰ ਬਹੁਤ ਸਾਰੇ ਆਰਟੀਕਲ ਲਿਖੇ ਨੇ, ਬਹੁਤ ਸਾਰੇ ਪ੍ਰਿੰਟ ਇਹਨਾਂ ਨੇ ਛਾਪੇ ਨੇ, ਔਰ ਇਹਨਾਂ ਦੇ ਚਾਚਾ ਵੈਨਕੂਵਰੀਆ ਕਿਤਾਬ ਜਿਹੜੀ ਹੈ ਉਹ ਭਾਰਤ ਦੇ ਇਤਿਹਾਸ ਔਰ ਸਿੱਖਾਂ ਦੇ ਇਤਿਹਾਸ ਦੇ ਨਾਲ ਜੋ ਘਟਨਾਵਾਂ ਵਾਪਰੀਆਂ ਨੇ ਉਹਨੂੰ ਵਿਅੰਗ ਰੂਪ ਦੇ ਅੰਦਰ ਆਪਣੀ ਸਮਝੋ ਕਿ ਇੱਕ ਮੇਲ ਔਰ ਫੀਮੇਲ ਦੀ ਜਿਹੜੀ ਵਾਰਤਾਲਾਪ ਹੈ ਉਹਨੂੰ ਲੈ ਕੇ ਗੱਲ ਕੀਤੀ, ਔਰ ਨਾਲ ਹੀ ਜਿਨ੍ਹਾਂ ਸੁਸਾਇਟੀਆਂ ਦੇ ਅੰਦਰ ਅੱਜ ਸਾਡੀ ਸਮਾਜਿਕ ਤੌਰ ਉੱਤੇ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਬਾਰੇ ਗੱਲਾਂ ਕੀਤੀਆਂ ਨੇ। ਅਗਰ ਤੁਹਾਡੇ ਕੋਲ ਵੀ ਜ਼ਿੰਦਗੀ ਦਾ ਕੋਈ ਤਜਰਬਾ ਹੈ ਔਰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬੇਨਤੀ ਹੈ ਕਿ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੀ ਸਕਰੀਨ ਦੇ ਉੱਤੇ ਈਮੇਲ ਐਡਰੈਸ ਹੈ, ਆਪ ਕਿਰਪਾ ਕਰਕੇ ਸਾਨੂੰ ਆਪਣਾ ਨਾਮ, ਆਪਣਾ ਫੋਨ ਨੰਬਰ ਭੇਜੋ ਤਾਂ ਕਿ ਅਸੀਂ ਆਪ ਜੀ ਨੂੰ ਸੰਪਰਕ ਕਰ ਸਕੀਏ। ਇੱਦਾਂ ਹੀ ਸਿੱਖੀ ਚੈਨਲ ਦੀ ਸਕਰੀਨ ਦੇ ਉੱਤੇ WhatsApp ਨੰਬਰ ਆ ਰਿਹਾ ਹੈ, ਉਸ WhatsApp ਨੰਬਰ ਤੇ ਆਪ ਮੈਸੇਜ ਪਾਓ, ਤੁਹਾਨੂੰ ਸੰਪਰਕ ਕਰਾਂਗੇ। ਔਰ ਮੇਰੀ ਸਕਰੀਨ ਦੇ ਉੱਤੇ ਆਪ ਜੀ ਨੂੰ ਮੇਰਾ ਨੰਬਰ ਨਜ਼ਰ ਆ ਰਿਹਾ ਹੈ, +1 604 783 2331, यानी कि +1 फिर उस तो बाद जड़ा हैगा 604 783 2331। आप WhatsApp मैनू कर सकते हो, WhatsApp मैसेज पा सकते हो, और WhatsApp मैसेज ਦੇ ਉੱਤੇ ਅਸੀਂ ਤੁਹਾਨੂੰ ਜ਼ਰੂਰ ਜਵਾਬ ਦੇਵਾਂਗੇ। ਔਰ ਇਹ ਪ੍ਰੋਗਰਾਮ ਅਗਰ ਤੁਸੀਂ YouTube, Facebook ਤੇ ਦੇਖਦੇ ਹੋ, ਆਪਣੇ ਕਮੈਂਟ ਜ਼ਰੂਰ ਦਿਓ ਤਾਂ ਕਿ ਤੁਹਾਡੇ ਕਮੈਂਟ ਨਾਲ ਹੀ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਕਰਦਾ ਹੈ। ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਆਪ ਜੀ ਲਈ ਸਾਥ ਜਗਜੀਤ ਸਿੰਘ ਜੀ ਦਰਦੀ ਅਤੇ ਹਰਜੋਤ ਸ਼ਾਹ ਸਿੰਘ ਜੀ ਸਿੱਖੀ ਚੈਨਲ ਇਹ ਪ੍ਰੋਗਰਾਮ ਨੂੰ ਲੈ ਕੇ ਆਉਂਦੇ ਨੇ, ਔਰ ਕਰੀਏ ਦਿਲ ਦੀਆਂ ਗੱਲਾਂ ਵਿੱਚ ਅਸੀਂ ਮਹਿਮਾਨ ਦੇ ਨਾਲ ਗੱਲਾਂ ਕਰਦੇ ਹਾਂ। ਅੱਜ ਦੇ ਮਹਿਮਾਨ ਸਰਦਾਰ ਸੁਰਿੰਦਰ ਸਿੰਘ ਜੀ ਜੱਬਲ ਹੋਰਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। तो जब्बल साहब, आप जी बहुत सारिया सोसाइटियां नाल संबंधित रखते हो, फेडरेशन ऑफ सिख सोसाइटी ऑफ कैनेडा, सिख सेवक कैनेडा, WSO यानी वर्ल्ड सिख ऑर्गेनाइजेशन, इन्हां दे बुनियादी रूप दे अंदर तुसी बड़ी वड्डी सेवा पाई है। असी उस पासे हुण थोड़ा जिहा अगे तुरांगे क्योंकि अज दे मौजूदा हालात विच जब्बल साहब पंजाबियां नूं, विशेष करके सिखां नूं आप दी इस धरती दे उत्ते राजनीतिक तौर दे उत्ते अपना जिहड़ा भविख है वो किस तरीके नाल तय किया जा सकता है। हालांकि मैनूं पता है कि तुसीं NDP दे नाल जुड़े हुए हो, और तुसीं जिहड़ी गल अपनी दसनी वो बड़ी न्यूट्रल होकर गल करिए कि साडा राजनीतिक आधार की है और साडा जिहड़ियां सीमावां की ने और सानूं किवें अगे वधना चाहिए। बड़े संखेप भी दस्सण दी किरपालता करो। देखो, ਜਦੋਂ ਆਪਾਂ ਰਾਜਨੀਤਿਕ ਖੇਤਰ ਵਿੱਚ ਦੇਖਦੇ ਹਾਂ ਤਾਂ ਇੱਕ ਉਹ ਸਮਾਂ ਸੀਗਾ, ਮੈਂ ਤੁਹਾਨੂੰ 97 ਦੀ ਗੱਲ ਦੱਸਦਾ ਹਾਂ, ਕਿ ਡਿਸਕ੍ਰਿਮੀਨੇਸ਼ਨ ਇੰਨਾ ਜ਼ਿਆਦਾ ਹੁੰਦਾ ਸੀਗਾ ਕਿ ਆਪਣੇ ਲੋਕਾਂ ਨੂੰ ਇੱਥੋਂ ਜਿਹੜੇ ਲੋਕਲ ਕੈਨੇਡੀਅਨ ਸੀਗੇ ਇੰਨਾ ਪਸੰਦ ਨਹੀਂ ਸੀ ਕਰਦੇ। 70 ਵਿੱਚ ਇੱਥੋਂ ਤਾਈਂ ਵੀ ਸਿਚੁਏਸ਼ਨ ਰਹੀ ਆ ਕਿ ਆ ਜਿਸ ਸ਼ਹਿਰੀ ਦੇ ਵਿੱਚ ਅਸੀਂ ਹੁਣ ਰਹਿੰਦੇ ਹਾਂ, ਇੱਥੇ ਹੁਣ 5-6 ਵੱਡੇ ਗੁਰਦੁਆਰੇ ਨੇ, ਲੱਖਾਂ ਦਾ ਇਕੱਠ ਹੁੰਦੇ ਨੇ। ਇੱਕ ਸਮਾਂ ਉਹ ਵੀ ਸੀਗਾ ਵੀ ਸਾਡੇ ਜਿਹੜੇ ਇੱਥੇ 2-4 ਘਰ ਹੁੰਦੇ ਸੀ ਉਹਨਾਂ ਦੇ ਲੋਕੀ ਰਾਤ ਨੂੰ ਸ਼ੀਸ਼ੇ ਬਣ ਜਾਂਦੇ ਸੀਗੇ ਉੱਥੇ। ਫਿਰ ਉਸ ਵੇਲੇ ਸੰਗਤ ਨੇ ਸਾਰਿਆਂ ਨੇ ਇਕੱਠੇ ਹੋ ਕੇ ਠੀਕਰੀ ਪੈਰੇ ਵੀ ਲੱਗਦੇ ਰਹੇ ਆ ਉਸ ਦਿਨਾਂ ਦੇ ਵਿੱਚ। ਇੱਥੋਂ ਦੇ ਮੇਅਰ ਸਾਹਿਬ ਉਹਨਾਂ ਨੂੰ ਲਿਖ ਕੇ ਚਿੱਠੀਆਂ ਲਿਖਦੇ ਰਹੇ ਵੀ ਕੁਛ ਕਰੋ। ਆਪਣੇ ਜਿਹੜੇ ਆਪਣੇ ਪ੍ਰੋਵਿੰਸ਼ੀਅਲ ਹੈਗੇ ਉਹਨਾਂ ਨਾਲ ਕੋਸ਼ਿਸ਼ ਕੀਤੀ, ਪਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਜਿਸ ਤਰ੍ਹਾਂ ਵੀ ਆਪਾਂ ਇਹਦੇ ਵਿੱਚੋਂ ਸਟਰਗਲ ਚੋਂ ਲੰਘਦੇ ਗਏ ਆ, ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ ਹੁੰਦੇ ਰਹੇ ਆ। ਜਿਸ ਤਰ੍ਹਾਂ ਵੀ ਹੁਣ ਸਮਝ ਲਓ ਵੀ ਆਪਣੇ ਜਿਹਨੂੰ 84 ਤੋਂ ਵਿੱਚ ਤਾਂ 70 ਦੇ ਵਿੱਚ ਜ਼ਿਆਦਾ ਵਾਧਾ ਹੋਇਆ, ਕਿਉਂਕਿ ਉਦੋਂ ਵਿਜ਼ਟਰ ਵਗੈਰਾ ਜ਼ਿਆਦਾ ਆਉਣੇ ਸ਼ੁਰੂ ਹੋ ਗਏ ਇੱਥੇ। ਨਹੀਂ ਤਾਂ ਪਹਿਲਾਂ ਇੱਥੇ ਜ਼ਿਆਦਾ ਸਾਨੂੰ ਉਹ ਇੱਦਾਂ ਹੀ ਸਮਝਦੇ ਸੀ ਵੀ ਅਸੀਂ ਲੇਬਰ ਤਬਕਾ ਹੀ ਆ ਸਾਰੇ। ਅਤੇ ਜਦੋਂ 70 ਦੇ ਵਿੱਚ ਤਕਰੀਬਨ ਆਏ ਆ ਬੰਦੇ, ਟ੍ਰੇਡਸਮੈਨ ਆਏ ਆ, ਹੋਰ ਸਾਰੇ ਆਏ ਆ, ਉਹਦੇ ਨਾਲ ਫਿਰ ਜਿੱਦਾਂ ਇੱਕ ਕਿਸਮ ਦਾ ਜ਼ਿਆਦਾ ਵਾਧਾ ਹੋ ਗਿਆ। ਨਹੀਂ ਤਾਂ ਪਹਿਲਾਂ 70 ਦੇ ਵਿੱਚ ਸਾਡੇ ਇੱਥੇ ਇੱਕ ਹੀ
ਇਟਾਲੀਅਨ ਦਾ ਸਟੋਰ ਹੁੰਦਾ ਸੀ, ਉਹਨੂੰ ਫੇਮਸ ਫੂਡ ਸਟੋਰ ਕਹਿੰਦੇ ਸੀ। ਸਾਰੇ ਜਾਣੇ ਆਪਣਾ ਰਾਸ਼ਨ ਪਾਣੀ ਗਰੋਸਰੀ ਲੈਣ ਉੱਥੋਂ ਜਾਂਦੇ ਸੀਗੇ, ਉੱਥੋਂ ਹੀ ਮਿਲਦਾ ਸੀਗਾ। ਪਰ ਉਦੋਂ ਬਾਅਦ 70 ਦੇ ਵਿੱਚ ਆਪਣੇ ਭਾਈਚਾਰੇ ਨੇ ਆਪੋ ਆਪਣੇ ਸਟੋਰ ਕਰਨੇ ਸ਼ੁਰੂ ਕਰ ਦਿੱਤੇ। ਆਪਣੇ ਕਰਿਆਨੇ ਦੇ ਸਟੋਰ ਸ਼ੁਰੂ ਹੋਏ, ਫਿਰ ਆਪਣੇ ਕੱਪੜਿਆਂ ਦੇ, ਗਰੋਸਰੀ ਦੇ, ਸਾਰੇ ਹੌਲੀ ਹੌਲੀ ਸ਼ੁਰੂ ਹੁੰਦੇ ਇਸੇ ਤਰ੍ਹਾਂ ਹੀ ਫਿਰ ਹੌਲੀ ਹੌਲੀ ਪੋਲੀਟੀਕਲ ਲਾਈਫ ਦੇ ਵਿੱਚ ਵੀ ਹੌਲੀ ਹੌਲੀ ਬੰਦੇ ਸਰਗਰਮ ਹੋਣੇ ਸ਼ੁਰੂ ਹੋ ਗਏ। ਕਿਉਂਕਿ ਪਹਿਲਾਂ ਤਾਂ ਸਾਨੂੰ ਰੋਜ਼ੀ ਰੋਟੀ ਦਾ ਜ਼ਿਆਦਾ ਹੁੰਦਾ ਹੈ ਨਾ, ਜਦੋਂ ਰੋਜ਼ੀ ਰੋਟੀ ਤੋਂ ਥੋੜ੍ਹਾ ਜਿਹਾ ਤੁਸੀਂ ਖੁੱਲ੍ਹੇ ਹੁੰਦੇ ਆ ਤਾਂ ਫਿਰ ਤੁਸੀਂ ਬਾਕੀ ਚੀਜ਼ਾਂ ਵੱਲ ਵੀ ਧਿਆਨ ਦਿੰਦੇ ਆ, ਅਤੇ ਉਹਦੇ ਵਿੱਚ ਫਿਰ ਹੋਰ ਇਨਸਾਨ ਉਹ ਹੋਣ ਪਾਰਟੀਸਪੇਟ ਕਰਨਾ, ਉਹ ਪਾਰਟੀਸਪੇਟ ਹੌਲੀ ਹੌਲੀ ਵੱਧਦੀ ਗਈ ਆ। ਫਿਰ ਤੁਹਾਨੂੰ ਪਤਾ ਵੀ ਆਪਣਾ ਤਾਂ ਜਿਹੜਾ ਵਿਰਸਾ ਹੀ ਇਹ ਆ ਵੀ ਸਰਬੱਤ ਦਾ ਭਲਾ ਮੰਗਦੇ ਆ, ਅਤੇ ਜਿਹੜਾ ਇੱਥੋਂ ਕੈਨੇਡੀਅਨ ਚਾਰਟਰ ਆ ਉਹ ਵੀ ਸਰਬੱਤ ਦਾ ਭਲਾ ਮੰਗਦਾ। ਜਿਹੜੇ ਸਾਡੇ ਸਿੱਖੀ ਦੇ ਅਸੂਲ ਆ ਇੱਥੇ, ਸਾਡੇ ਜਿਹੜੇ ਕੈਨੇਡੀਅਨ ਵੈਲਿਊਜ਼ ਆ ਉਹ ਬਿਲਕੁਲ ਮਿਲਦੀਆਂ ਜੁਲਦੀਆਂ ਆ। ਹੁਣ ਕਈ ਵਾਰੀ ਲੋਕੀ ਸੋਚਣ ਲੱਗ ਪੈਂਦੇ ਆ ਵੀ ਪ੍ਰਾਈਮ ਮਿਨਿਸਟਰ ਟਰੂਡੋ ਇੱਦਾਂ ਕਿਉਂ ਕਰਦਾ ਜਾਂ ਇਹ ਬਿਆਨ ਦਿੰਦਾ, ਕਿਉਂਕਿ ਸਾਡੀਆਂ ਜਿਹੜੀਆਂ ਸਿੱਖੀ ਦੀਆਂ ਕਦਰਾਂ ਕੀਮਤਾਂ ਆ ਉਹੋ ਹੀ ਕਦਰਾਂ ਕੀਮਤਾਂ ਸਾਡੀ ਕੈਨੇਡੀਅਨ ਵੈਲਿਊਜ਼ ਹੈਗੀਆਂ ਨੇ। ਅਤੇ ਜੇ ਕਿਤੇ ਵੀ ਕੋਈ ਵਧੀਕੀ ਹੁੰਦੀ ਆ, ਆਪਾਂ ਸਿੱਖ ਧਰਮ ਵੀ ਕਹਿੰਦੇ ਵੀ ਆਪਾਂ ਚੁੱਪ ਕਰਕੇ ਨਹੀਂ ਬੈਠ ਸਕਦੇ, ਇਸੇ ਤਰ੍ਹਾਂ ਹੀ ਕੈਨੇਡੀਅਨ ਨੂੰ ਵੀ ਉਹ ਆ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਦੇ। ਜਿੱਥੇ ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ ਉੱਥੇ ਜ਼ਰੂਰ ਬੋਲਾਂਗੇ। ਇੱਦਾਂ ਹੀ ਜੇ ਕੋਈ ਗਰੀਬ ਗੁਰਬਤ ਹੈਗੀ ਆ ਉਹਦੇ ਵਿੱਚ ਵੀ ਖਿਆਲ ਰੱਖਣਾ ਤਾਂ ਕਿ ਉਹਨੂੰ ਵੀ ਨਾਲ ਦੀ ਨਾਲ ਲਿਫਟ ਕਰਨਾ। ਇਸ ਤਰ੍ਹਾਂ ਮਤਲਬ ਸਾਡੀਆਂ ਜਿਹੜੀਆਂ ਭਾਈਚਾਰਕ ਸਾਂਝਾਂ ਉਹ ਇੱਥੋਂ ਆਪਣੇ ਧਰਮ ਤੋਂ ਹੀ ਸ਼ੁਰੂ ਹੁੰਦੀਆਂ ਆ, ਜਿਹੜੀਆਂ ਕਿ ਗਾਂਹ ਵੱਧਦੀਆਂ ਸਾਨੂੰ ਹੌਲੀ ਹੌਲੀ ਉਸ ਲੈਵਲ 'ਤੇ ਲੈ ਗਈਆਂ। ਅਤੇ ਉੱਥੇ ਹੁਣ ਤੁਸੀਂ ਸਮਝ ਲਓ ਵੀ ਇਸ ਵੇਲੇ ਪੋਲੀਟੀਕਲ ਲਾਈਫ ਦੇ ਵਿੱਚ ਆਪਣੇ ਜਿਹੜੇ MP ਵੀ ਹੈਗੇ ਆ, MLA ਵੀ ਹੈਗੇ ਆ। ਪਹਿਲਾਂ ਤਾਂ ਤਕਰੀਬਨ ਤੇ ਇੱਕ ਮਸਾਜਧਾਰੀ ਸੀਗੇ, ਫਿਰ ਹੌਲੀ ਹੌਲੀ ਦਸਤਾਰਧਾਰੀ ਵੀ ਉੱਥੇ ਜਾਣੇ ਸ਼ੁਰੂ ਹੋ ਗਏ ਆ। ਹੁਣ ਪਿੱਛੇ ਜਿਹੇ ਹੁਣੇ ਆਪਣੇ ਪਹਿਲਾਂ BC ਵਿੱਚ ਵੀ ਪਹਿਲਾ ਦਸਤਾਰਧਾਰੀ MLA ਚੁਣਿਆ ਗਿਆ। ਇਸੇ ਤਰ੍ਹਾਂ ਆਟਵਾ ਦੇ ਵਿੱਚ ਆਪਣੇ ਦਸਤਾਰਧਾਰੀ ਹੈਗੇ ਨੇ। ਆਪਣੇ ਤੁਸੀਂ ਡਿਫੈਂਸ ਮਿਨਿਸਟਰ ਕੀ ਅਤੇ ਹੋਰ ਤੁਸੀਂ ਸਾਰੇ ਉਹ ਸਾਰਾ ਤੁਹਾਡੀ ਜਿਹੜੀ ਆ, ਮੈਂ ਤਾਂ ਇਹੀ ਕਹਾਂਗਾ ਕਿ ਆਪਣਾ ਜਿਹੜਾ ਵਿਰਸਾ ਆ ਜਾਂ ਆਪਣੇ ਗੁਰੂ ਮਹਾਰਾਜ ਦੀ ਜਿਹੜੀ ਸਾਡੀ ਸਿੱਖਿਆ ਆ ਸਾਨੂੰ ਦਿੱਤੀ ਹੋਈ ਆ, ਉਹਦਾ ਹੀ ਸਦਕਾ ਆ, ਉਹਦੇ ਕਰਕੇ ਅਸੀਂ ਗਾਂਹ ਵੱਧ ਫੁੱਲ ਰਹੇ ਹਾਂ ਅਤੇ ਇਸੇ ਕਰਕੇ ਅਸੀਂ ਇਸ ਖੇਤਰ 'ਚ ਵੀ ਮੱਲਾਂ ਮਾਰ ਰਹੇ ਹਾਂ। ਸੋ ਨਹੀਂ, ਮੈਂ ਸੋਚਦਾ ਜੀ ਆਪ ਕੋਲੋਂ ਜਾਣਨਾ ਚਾਹਾਂਗਾ ਕਿ ਪੰਜਾਬੀਆਂ ਦਾ ਭਵਿੱਖ ਜਿਹੜਾ ਹੈ ਉਹ ਦਾ ਕਾਰਨ ਇਹੀ ਹੈ ਕਿ ਸਾਡਾ ਜਿਹੜਾ ਸਿੱਖ ਚਾਰਟਰ, ਜਿਹੜਾ ਸਿੱਖੀ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਜਿਹਦੀ ਬੁਨਿਆਦ ਰੱਖੀ ਹੈ, ਉਹ ਸਿੱਖੀ ਦਾ ਸਿਧਾਂਤ ਔਰ ਕੈਨੇਡਾ ਦੀ ਜਿਹੜੇ ਕਨਸਟੀਟਿਊਸ਼ਨਲ ਹੈਗੀ ਹੈ ਫਾਰਮੇਸ਼ਨ, ਉਹਦੇ ਅੰਦਰ ਦੋਵਾਂ ਦੇ ਅੰਦਰ ਕਾਫੀ ਸਮਾਲਤਾ ਹੈ, ਕਾਫੀ ਸਿਮਲੈਰਿਟੀ ਹੈਗੀ ਦੋਵਾਂ ਦੇ ਵਿਚਕਾਰ, ਜਿਹੜਾ ਕਿ ਅੱਜ ਪੰਜਾਬੀ ਵੀ ਆਪਣੇ ਆਪ ਨੂੰ ਇੱਥੇ ਦੀ ਮਾਈਗ੍ਰੇਸ਼ਨ ਹੋਣ ਦਾ ਕਾਰਨ ਵੀ ਜ਼ਿਆਦਾ ਇਹੀ ਹੈ ਕਿ ਪੰਜਾਬੀਆਂ ਦੀ ਮਾਈਗ੍ਰੇਸ਼ਨ, ਮੈਂ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਦੀ ਗੱਲ ਕਰ ਰਿਹਾ ਨਹੀਂ, ਮੈਂ ਇਹ ਸਾਰੀਆਂ ਮੈਂ ਇੱਕ ਪੰਜਾਬ ਦੀ ਗੱਲ ਕਰ ਰਿਹਾ। ਉਸ ਪੰਜਾਬ ਦਾ ਜਿਹੜਾ ਹੈ ਇੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਇੱਥੇ ਆਉਣ ਦਾ ਕਾਰਨ ਸ਼ਾਇਦ ਇਹੀ ਹੈ ਕਿ ਹਿਊਮਨ ਰਾਈਟਸ ਦੀ ਗੱਲ ਜਿਹੜੀ ਆ ਉਹਦੇ ਲਈ ਆਵਾਜ਼ ਉਠਾਈ ਜਾਂਦੀ ਹੈ। ਹਾਲਾਂਕਿ ਰੈਸ਼ੀਅਲ ਪ੍ਰੋਬਲਮ ਦੁਨੀਆ ਭਰ ਵਿਚਕਾਰ ਬਹੁਤ ਜ਼ਿਆਦਾ ਹੈਗੀਆਂ, ਇਹ ਕੇਵਲ ਕੈਨੇਡਾ ਦੀ ਧਰਤੀ ਤੇ ਨਹੀਂ, ਪੂਰੀ ਦੁਨੀਆ ਦੇ ਅੰਦਰ ਰੈਸ਼ੀਅਲ ਪ੍ਰੋਬਲਮ ਹੈਗੀ। ਅੱਜ ਅਮਰੀਕਾ ਉਹਦੇ ਨਾਲ ਜੂਝਦਾ ਪਿਆ, ਹਿੰਦੁਸਤਾਨ ਜੂਝਦਾ ਪਿਆ, ਸਾਰੇ ਇਹ ਪ੍ਰੋਬਲਮ ਤੇ ਹੈਗੀਆਂ ਨੇ। ਲੇਕਿਨ ਉਹਨਾਂ ਵਿਚਕਾਰ ਕੈਨੇਡਾ ਦੀ ਧਰਤੀ ਤੇ 100 ਸਾਲ ਬਾਅਦ ਅਗਰ ਕਾਮਾਗਾਟਾ ਮਾਰੂ ਦੀ ਮਾਫੀ ਮੰਗੀ ਜਾ ਸਕਦੀ ਹੈ, ਇਸ ਤੋਂ ਵੱਡੀ ਹੋਰ ਮਿਸਾਲ ਮੈਨੂੰ ਕੋਈ ਨਜ਼ਰ ਨਹੀਂ ਆਉਂਦੀ ਹੈਗੀ। ਸੋ ਚਾਚਾ ਰਾਮਗੜੀਆ ਜੀ, ਸੁਰਿੰਦਰ ਸਿੰਘ ਜੀ ਜੱਬਲ ਜੀ, ਤੁਹਾਡੇ ਨਾਲ ਗੱਲਾਂ ਕੀਤੀਆਂ ਬੜਾ ਚੰਗਾ ਲੱਗਾ, ਬੜਾ ਦਿਲ ਕਰਦਾ ਹੋਰ ਗੱਲਾਂ ਕਰਨ ਨੂੰ, ਲੇਕਿਨ ਸਮਾਂ ਸ਼ਾਇਦ ਹੁਣ ਇਜਾਜ਼ਤ ਨਹੀਂ ਦਿੰਦਾ ਪਿਆ। ਲੇਕਿਨ ਤੁਸੀਂ ਅੱਜ ਜਿਹੜੀਆਂ ਇਨਫੋਰਮੇਸ਼ਨ ਦਿੱਤੀਆਂ ਨੇ ਉਹ ਕਮਿਊਨਿਟੀ ਲਈ, ਸਮਾਜ ਲਈ ਬਹੁਤ ਇੰਪੋਰਟੈਂਟ ਨੇ, ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਜੋ ਗੁਰੂ ਨਾਨਕ ਦੀ ਵਿਚਾਰਧਾਰਾ ਲੈ ਕੇ ਸੰਸਾਰ ਦੇ ਅੰਦਰ ਅੱਜ ਸਿੱਖ ਤੁਰੇ ਨੇ, ਅੱਜ ਗੁਰੂ ਨਾਨਕ ਨੂੰ ਨਾਮ ਲੇਵਾ ਤੁਰੇ ਨੇ, ਉਹ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਅੱਗੇ ਲੈ ਕੇ ਜਾਏਗੀ। ਔਰ ਕੇਵਲ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਸਮਾਜ ਨੂੰ ਇੱਕ ਬਿਹਤਰ ਸਮਾਜ ਦੇ ਸਕੀਏ। ਆਪ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ +1 64 783 2331। ਸੋ ਹੁਣ ਮੈਂ ਹਰਜੋਤ ਸ਼ਾਹ ਸਿੰਘ ਜੀ, ਸਿੱਖੀ ਚੈਨਲ ਦੇ ਮੁਖੀ, ਉਹ ਚੜ੍ਹਦੀ ਕਲਾ ਟਾਈਮ TV ਨਾਰਥ ਅਮਰੀਕਾ ਦੇ ਦਰਸ਼ਕਾਂ ਦਾ, ਸਿੱਖੀ ਚੈਨਲ ਦੇ ਦਰਸ਼ਕਾਂ ਦਾ, ਔਰ ਵਿਸ਼ੇਸ਼ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਰਿੰਦਰ ਸਿੰਘ ਜੀ ਜੱਬਲ ਸਾਹਿਬ ਨਾਲ ਜਿਹੜੀਆਂ ਅਸੀਂ ਅੱਜ ਮੁਲਾਕਾਤ ਕੀਤੀ ਹੈ, ਜਿਹੜੀ ਗੱਲਬਾਤ ਕੀਤੀ ਹੈ, ਜਿਹੜੀ ਇਹਨਾਂ ਦੀ ਯਾਦਾਂ ਨੂੰ ਅਸੀਂ ਆਪਣੀ ਝੋਲੀ 'ਚ ਸਮੋਇਆ ਹੈ, ਦਰਸ਼ਕ ਇਸ ਨੂੰ ਪਿਆਰ ਵੀ ਕਰਨਗੇ ਔਰ ਨਾਲ ਹਮੇਸ਼ਾ ਯਾਦ ਵੀ ਰੱਖਣਗੇ। ਔਰ ਇਹ ਅੰਤ ਨਹੀਂ ਹੈ,
ਇਹ ਜੱਬਲ ਸਾਹਿਬ ਤੁਹਾਡੇ ਨਾਲ ਸਾਡੀ ਸ਼ੁਰੂਆਤ ਹੈ। ਸੋ ਹਰਜੋਤ ਸ਼ਾਹ ਸਿੰਘ ਜੀ। ਧੰਨਵਾਦ ਸਰਦਾਰ ਕੁਲਬੋਧ ਸਿੰਘ ਜੀ। ਜੱਬਲ ਸਾਹਿਬ, ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ, ਕਿਉਂਕਿ ਜਿਵੇਂ ਆਪ ਜੀ ਦੀ ਕਿਤਾਬ ਹੈ ਚਾਚਾ ਵੈਂਕੂਵਰੀਆ, ਅੱਜ ਹੁਣ ਕਿਉਂਕਿ ਉਹ ਵੈਂਕੂਵਰ ਤੇ ਉੱਥੇ ਤੇ ਚਲੋ ਆਪ ਜੀ ਨੂੰ ਜਾਣਿਆ ਜਾਂਦਾ ਹੈ ਔਰ ਪਹੁੰਚ ਵੀ ਹੈ, ਪਰ ਇਹ ਜਿਹੜਾ ਸਾਡਾ ਟੈਲੀਕਾਸਟ ਹੈ ਇਹ ਪੂਰੇ ਵਰਲਡ ਦੇ ਵਿੱਚ, ਹਿੰਦੁਸਤਾਨ ਵਿੱਚ ਔਰ ਪੂਰੇ ਵਰਲਡ ਵਿੱਚ ਦੇਖਿਆ ਜਾਂਦਾ ਹੈ। ਹੁਣ ਅਸੀਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹਾਂਗੇ ਕਿ ਇਹ ਜਿਹੜੀ ਕਿਤਾਬ ਨੂੰ ਅਗਰ ਲੋਕ, ਕਿਉਂਕਿ ਜਦੋਂ ਆਪ ਜੀ ਨੇ ਇਸ ਬਾਰੇ ਗੱਲ ਕੀਤੀ ਤੇ ਨੈਚੁਰਲ ਹੈ ਕਿ ਅੰਦਰ ਜਾਗਰੂਕਤਾ ਪੈਦਾ ਹੁੰਦੀ ਹੈ ਕਿ ਉਹ ਗੱਲਾਂ ਅਸੀਂ ਪੜ੍ਹੀਏ, ਤੇ ਉਹਦਾ ਕੀ ਤਰੀਕਾ ਹੈ ਉਹ ਥੋੜਾ ਜਿਹਾ ਦੱਸਣਾ ਚਾਹੋਗੇ? ਜਿੱਥੋਂ ਤੱਕ ਹੈਗਾ ਇਹਦਾ ਕਿਤਾਬ ਲੈਣ ਦਾ ਆ, ਉਹ ਇੱਥੋਂ ਜਾਂ ਤੁਸੀਂ ਮੇਰੇ ਤੋਂ ਲੈ ਸਕਦੇ ਆ, ਇੱਥੇ ਮੇਰੇ ਕੋਲ ਕੁਛ ਹੈਗੀਆਂ ਆ, ਤੇ ਜਾਂ ਉੱਥੇ ਜਿਹੜੀ ਸਾਂਝ ਪ੍ਰਕਾਸ਼ਨ ਸੀਗੀ ਆਪਣੇ ਜਲੰਧਰ ਦੇ ਵਿੱਚ ਸੀਗੀ, ਉਹਨਾਂ ਨੇ ਇਹ ਕੀਤੀਆਂ ਸੀਗੀਆਂ। ਮੈਨੂੰ ਪਤਾ ਨਹੀਂ ਉਹਨਾਂ ਦੇ ਕੋਲ ਕਿੰਨੀਆਂ ਹੈਗੀਆਂ ਕਿੰਨੀਆਂ ਨਹੀਂ ਹੈਗੀਆਂ, ਕਿ ਉਦੋਂ ਉਹਨਾਂ ਨੇ ਪਬਲਿਸ਼ ਕੀਤੀਆਂ ਸੀਗੀਆਂ। ਤੇ ਉਦੋਂ ਬਾਅਦ ਮੇਰਾ ਕੋਈ ਇੰਨਾ ਬਹੁਤਾ ਤਲਕਾ ਨਹੀਂ, ਕਿਉਂਕਿ ਇੰਡੀਆ ਆਉਣਾ ਜਾਣਾ ਵੀ ਕਾਫੀ ਕਈ ਵਾਰੀ ਹੋ ਜਾਂਦਾ। ਹੁਣ ਵੀ 3-4 ਸਾਲ ਹੋ ਗਏ ਗਿਆ ਨੂੰ। ਉੱਥੇ ਉੱਥੋਂ ਮਿਲ ਸਕਦੀਆਂ, ਮੈਂ ਇਹ ਕਹਿ ਸਕਦਾ। ਜਾਂ ਫਿਰ ਤੁਸੀਂ ਇੱਥੇ ਮੇਰਾ ਇੱਥੋਂ ਮੈਨੂੰ ਕੋਈ ਕੰਟੈਕਟ ਕਰ ਸਕਦੇ ਤਾਂ ਮੈਂ ਇੱਥੋਂ ਦੇ ਸਕਦਾ। ਹਾਂਜੀ, ਜਿਹੜੇ ਇੱਥੇ ਬਾਹਰ ਰਹਿੰਦੇ ਆ, ਕੈਨੇਡਾ 'ਚ ਰਹਿੰਦੇ ਆ, ਅਮਰੀਕਾ 'ਚ ਰਹਿੰਦੇ ਆ, ਉਹ ਇੱਥੋਂ ਲੈ ਸਕਦੇ ਹਾਂ ਜੀ। ਤੇ ਕੋਈ ਨਾ ਕੋਈ ਅਸੀਂ ਚਾਹਾਂਗੇ ਇਹਦਾ ਕੋਈ ਇਹੋ ਜਿਹਾ ਸਿਸਟਮ ਬਣੇ ਕਿ ਇਹ ਆਨਲਾਈਨ ਲੋਕਾਂ ਨੂੰ ਮਿਲ ਸਕੇ ਤਾਂ ਕਿ ਉਹ ਇਹਦਾ ਆਨੰਦ ਮਾਣ ਸਕਣ। ਅਸੀਂ ਆਪ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਔਰ ਜਿਹੜੀਆਂ ਅੱਜ ਆਪ ਜੀ ਨੇ ਸਾਂਝ ਸਾਡੇ ਨਾਲ ਕੀਤੀ ਹੈ, ਸਾਡੇ ਦਰਸ਼ਕਾਂ ਲਈ ਇੱਕ ਬਹੁਤ ਕੀਮਤੀ ਸਾਂਝ ਸੀ, ਉਹਦੇ ਲਈ ਆਪ ਜੀ ਦਾ ਧੰਨਵਾਦ। ਅਗਲੇ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਸਾਂਝ ਕਰਾਂਗੇ। ਫਤਿਹ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।